ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਡਰਨ ਹਿਸਟਰੀ ਨੂੰ ਬਰੀਫ ਵਿੱਚ ਕਰਾਂਗੇ ਟਾਈਮਲਾਈਨ ਦੇ ਹਿਸਾਬ ਨਾਲ। ਟਾਈਮਲਾਈਨ ਦਾ ਮਤਲਬ ਹੈ ਕਿ ਅਸੀਂ 1498 ਤੋਂ ਲੱਗਾਂਗੇ ਅਤੇ 1947 ਤੱਕ ਜੋ ਵੀ ਘਟਨਾਵਾਂ ਹੋਈਆਂ ਈਅਰ ਵਾਈਜ਼ ਹਰੇਕ ਘਟਨਾ ਨੂੰ ਡਿਸਕਸ ਕਰਾਂਗੇ। ਤਾਂ ਉਹਦੇ ਨਾਲ ਰਿਲੇਟਡ ਜੋ ਕੁਐਸਚਨ ਪੰਜਾਬ ਦੇ ਪਿਛਲੇ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਚੁੱਕੇ ਨੇ ਜਾਂ ਐਸਐਸਸੀ ਸੀਜੀਐਲ ਦੇ ਪਿਛਲੇ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਚੁੱਕੇ ਨੇ, ਉਹ ਸਾਰੇ ਦੇ ਸਾਰੇ ਕੁਐਸਚਨ ਅਸੀਂ ਇਸ ਦੇ ਦੌਰਾਨ ਡਿਸਕਸ ਕਰਾਂਗੇ। ਟਾਈਮਲਾਈਨ ਦੇ ਨਾਲ ਹਿਸਟਰੀ ਕਰਨ ਦਾ ਇੱਕ ਬੈਨੀਫਿਟ ਇਹ ਹੈ ਕਿ ਤੁਹਾਨੂੰ ਚੀਜ਼ਾਂ ਭੁੱਲਦੀਆਂ ਨਹੀਂ, ਇੱਕ ਕਹਾਣੀ ਦੇ ਰੂਪ ਵਿੱਚ ਇਹ ਚੀਜ਼ਾਂ ਯਾਦ ਰਹਿੰਦੀਆਂ। ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ 1498 ਤੋਂ। 1498 ਤੋਂ ਹੀ ਮੇਨ ਅਸੀਂ ਕਹਿ ਸਕਦੇ ਹਾਂ ਕਿ ਜੋ ਮਾਡਰਨ ਹਿਸਟਰੀ ਹੈ, ਜੋ ਜ਼ਿਆਦਾ ਐਗਜ਼ਾਮਸ ਦੇ ਵਿੱਚ ਆਉਂਦੀ ਹੈ, ਇੱਥੋਂ ਸ਼ੁਰੂਆਤ ਹੁੰਦੀ ਹੈ। ਕਿਉਂ ਇੱਥੋਂ ਸ਼ੁਰੂਆਤ ਹੁੰਦੀ ਹੈ? ਕਿਉਂਕਿ 1498 ਨੂੰ ਪਹਿਲੀ ਵਾਰ ਯੂਰੋਪੀਅਨਸ ਨੇ ਭਾਰਤ ਵਿੱਚ ਆਉਣ ਦਾ ਰਸਤਾ ਲੱਭਿਆ ਸੀ। ਤਾਂ ਪਹਿਲਾ ਵਿਅਕਤੀ ਜਿਹਨੇ ਭਾਰਤ ਵਿੱਚ ਆਉਣ ਦਾ ਸਮੁੰਦਰੀ ਰਸਤਾ ਲੱਭਿਆ ਸੀ। ਤਾਂ ਸਮੁੰਦਰੀ ਰਸਤਾ ਲੱਭਣ ਤੋਂ ਬਾਅਦ ਹੀ ਭਾਰਤ ਵਿੱਚ ਬਾਹਰਲੇ ਲੋਕਾਂ ਦਾ ਜ਼ਿਆਦਾ ਆਉਣਾ ਸ਼ੁਰੂ ਹੋਇਆ। ਵਪਾਰ ਦੇ ਜ਼ਰੀਏ ਭਾਰਤ ਬਾਕੀ ਦੁਨੀਆ ਨਾਲ ਜੁੜਿਆ। ਉਸ ਤੋਂ ਬਾਅਦ ਹੀ ਜੋ ਯੂਰੋਪੀਅਨਸ ਜਾਣੀ ਕਿ ਅੰਗਰੇਜ਼, ਫਰਾਂਸੀਸੀ, ਇਹ ਸਾਰੇ ਭਾਰਤ ਦੇ ਵਿੱਚ ਆਏ ਅਤੇ ਉਸ ਤੋਂ ਬਾਅਦ ਹੀ ਜੋ ਮਾਡਰਨ ਹਿਸਟਰੀ ਹੈ ਮੇਨ ਸ਼ੁਰੂ ਹੁੰਦੀ ਆ। ਤਾਂ ਸਭ ਤੋਂ ਪਹਿਲਾਂ ਜੋ ਸਾਡਾ ਡੇਟ ਇੰਪੋਰਟੈਂਟ ਹੈ, ਜੋ ਈਅਰ ਇੰਪੋਰਟੈਂਟ ਹੈ, ਉਹ ਹੈ 1498। ਤਾਂ 1498 ਵਿੱਚ ਸਭ ਤੋਂ ਪਹਿਲਾਂ ਵਾਸਕੋ ਡੀ ਗਾਮਾ ਨੇ ਭਾਰਤ ਵਿੱਚ ਆਉਣ ਦਾ ਰਸਤਾ ਲੱਭਿਆ ਸੀ। ਤਾਂ ਇਹਦੇ ਵਿੱਚ ਇੰਪੋਰਟੈਂਟ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ, ਪਹਿਲਾਂ ਤਾਂ ਨਾਮ ਇੰਪੋਰਟੈਂਟ ਹੈ ਕਿ ਕਿੰਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਆਉਣ ਦਾ ਸਮੁੰਦਰੀ ਰਸਤਾ ਲੱਭਿਆ। ਤਾਂ ਉਹਨਾਂ ਦਾ ਨਾਮ ਹੈ ਜੀ ਵਾਸਕੋ ਡੀ ਗਾਮਾ। ਸੈਕਿੰਡ ਇਹਦੇ ਵਿੱਚ ਕੁਐਸਚਨ ਹੈ ਕਿ ਵਾਸਕੋ ਡੀ ਗਾਮਾ ਕਿੱਥੋਂ ਦੇ ਰਹਿਣ ਵਾਲੇ ਸਨ? ਤਾਂ ਇਹ ਪੁਰਤਗਾਲ ਦੇ ਰਹਿਣ ਵਾਲੇ ਸਨ। ਤੀਜਾ ਇੰਪੋਰਟੈਂਟ ਕੁਐਸਚਨ ਇਹਦੇ ਵਿੱਚ ਆਉਂਦਾ ਕਿ ਜਿਹੜਾ ਰਸਤਾ ਉਹਨਾਂ ਨੇ ਲੱਭਿਆ ਉਸ ਰਸਤੇ ਦਾ ਨਾਮ ਕੀ ਹੈ? ਤਾਂ ਉਸ ਰਸਤੇ ਦਾ ਨਾਮ ਹੈ ਜੀ ਦਾ ਕੇਪ ਰੂਟ। ਦਾ ਕੇਪ ਰੂਟ ਕਿਹਾ ਜਾਂਦਾ ਉਸ ਰਸਤੇ ਨੂੰ, ਜਿਸ ਰਸਤੇ ਥਾਣੀ ਵਾਸਕੋ ਡੀ ਗਾਮਾ ਜੋ ਪੁਰਤਗਾਲ ਤੋਂ ਚੱਲ ਕੇ ਭਾਰਤ ਦੇ ਵਿੱਚ ਦਾਖਲ ਹੋਏ। ਤਾਂ ਜਦੋਂ ਉਹ ਭਾਰਤ ਦੇ ਵਿੱਚ ਪਹੁੰਚਦੇ ਆ ਤਾਂ ਸਭ ਤੋਂ ਪਹਿਲਾਂ ਉਹ ਕਿੱਥੇ ਪਹੁੰਚਦੇ ਆ? ਤਾਂ ਸਭ ਤੋਂ ਪਹਿਲਾਂ ਉਹ ਕੈਲੀਕਟ ਪਹੁੰਚਦੇ ਆ ਜੀ। ਕੈਲੀਕਟ ਦੀ ਬੰਦਰਗਾਹ 'ਤੇ ਪਹੁੰਚਦੇ ਆ 17 ਮਈ 1498 ਨੂੰ। ਨੈਕਸਟ ਇਹਦੇ 'ਚ ਇੰਪੋਰਟੈਂਟ ਹੈ ਕਿ ਉੱਥੇ ਕਿਸ ਨੂੰ ਮਿਲਦੇ ਆ ਨਾ, ਜਾਂ ਕਿ ਉਹਨਾਂ ਦਾ ਜੇ ਤੁਸੀਂ ਕਹਿ ਸਕਦੇ ਹੋ ਸਵਾਗਤ ਕੌਣ ਕਰਦਾ, ਜੇ ਕਿਹਨੂੰ ਉਹ ਮਿਲਦੇ ਨੇ। ਤਾਂ ਉੱਥੇ ਇੱਕ ਹਿੰਦੂ ਰਾਜਾ ਸੀ ਜਿਹਦਾ ਨਾਮ ਜ਼ੈਮੋਰਿਨ ਸੀ। ਤਾਂ ਅਸੀਂ ਜੇ ਦੁਬਾਰਾ ਰਿਪੀਟ ਕਰੀਏ ਤਾਂ ਵਾਸਕੋ ਡੀ ਗਾਮਾ ਨਾਮ ਦੇ ਇੱਕ ਵਿਅਕਤੀ ਨੇ ਸਭ ਤੋਂ ਪਹਿਲਾਂ ਸਮੁੰਦਰੀ ਰਸਤਾ ਲੱਭਿਆ ਜੋ ਕਿ ਪੁਰਤਗਾਲ ਦਾ ਰਹਿਣ ਵਾਲਾ ਸੀ। ਇੰਡੀਆ ਤੱਕ ਆਉਣ ਦਾ ਉਸ ਰਸਤੇ ਦਾ ਨਾਮ ਹੈ ਦਾ ਕੇਪ ਰੂਟ। ਉਹ ਕਿੱਥੇ ਪਹੁੰਚਦਾ? ਇੰਡੀਆ ਦੇ ਵਿੱਚ ਕੈਲੀਕਟ ਪਹੁੰਚਦਾ ਅਤੇ ਉੱਥੇ ਕਿਸ ਨੂੰ ਮਿਲਦਾ? ਜ਼ੈਮੋਰਿਨ ਨੂੰ ਮਿਲਦਾ, ਜੋ ਕਿ ਇੱਕ ਹਿੰਦੂ ਰਾਜਾ ਸੀ। ਤਾਂ ਇਹ ਰਸਤਾ ਜੀ, ਇਹ ਲਿਸਬਨ ਜੋ ਲਿਖਿਆ, ਲਿਸਬਨ ਪੁਰਤਗਾਲ ਦੀ ਰਾਜਧਾਨੀ ਹੈ। ਤਾਂ ਲਿਸਬਨ ਤੋਂ ਚੱਲਦੇ ਆ ਜੀ ਇਹ। ਤਾਂ ਇਸ ਰਸਤੇ ਦੇ ਰਾਹੀਂ ਇਹ ਪਹੁੰਚਦੇ ਨੇ ਇੰਡੀਆ, ਜੋ ਤੁਸੀਂ ਡੋਟ ਦੇ ਵਿੱਚ ਪਹੁੰਚ ਸਕਦੇ ਹੋ। ਤਾਂ ਇੱਥੇ ਦੇਖੋ ਜੀ ਕੈਲੀਕਟ ਲਿਖਿਆ। ਤਾਂ ਇੱਥੋਂ ਚੱਲੇ ਪੁਆਇੰਟ ਏ, ਜਿਸ ਨੂੰ ਮੰਨ ਲਈਏ ਤਾਂ ਪੁਆਇੰਟ ਬੀ 'ਤੇ ਪਹੁੰਚੇ। ਤਾਂ ਇਹ ਸਾਰਾ ਰਸਤਾ ਕੱਢਿਆ ਦਾ ਕੇਪ ਆਫ ਗੁੱਡ ਹੋਪ ਇੱਕ ਜਗ੍ਹਾ ਹੈ ਇੱਥੇ। ਤਾਂ ਇਸ ਲਈ ਇਸ ਰਸਤੇ ਨੂੰ ਵੀ ਦਾ ਗੁੱਡ ਹੋਪ ਰਸਤਾ ਵੀ ਕਹਿ ਦਿੰਦੇ ਆ, ਜਾਂ ਦਾ ਕੇਪ ਰੂਟ ਵੀ ਕਹਿ ਦਿੰਦੇ ਆ ਇਸ ਰਸਤੇ ਨੂੰ। ਤਾਂ ਨਾਮ ਜ਼ਰੂਰ ਯਾਦ ਰੱਖਣਾ ਜੀ, ਵਾਸਕੋ ਡੀ ਗਾਮਾ। ਇੱਕ ਈਅਰ ਬਹੁਤ ਇੰਪੋਰਟੈਂਟ ਹੈ 1498। ਨੈਕਸਟ ਈਅਰ ਜੋ ਇੰਪੋਰਟੈਂਟ ਹੈ ਜੀ ਉਹ ਹੈ 1609। ਤਾਂ ਇਹਦੇ ਵਿੱਚ ਵੀ ਕਾਫੀ ਘਟਨਾਵਾਂ ਹੋਈਆਂ, ਪਰ ਜੋ ਅਸੀਂ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਉਹੀ ਪੜ੍ਹ ਰਹੇ ਹਾਂ ਇਸ ਵੀਡੀਓ ਦੇ ਵਿੱਚ, ਜੋ ਕਾਫੀ ਵਾਰੀ ਕੁਐਸਚਨਸ ਦੇ ਵਿੱਚ ਪੁੱਛੀਆਂ ਗਈਆਂ। ਤਾਂ 1609 ਕਿਉਂ ਇੰਪੋਰਟੈਂਟ ਹੈ? ਕਿਉਂਕਿ 1609 ਵਿੱਚ ਕੈਪਟਨ ਹੌਕਿੰਗਸ ਨਾਮ ਦਾ ਇੱਕ ਅੰਗਰੇਜ਼ ਸੀ। ਤਾਂ ਜਦੋਂ ਪੁਰਤਗਾਲੀ ਭਾਰਤ ਦੇ ਵਿੱਚ ਆਏ ਤਾਂ ਉਸ ਤੋਂ ਬਾਅਦ ਅੰਗਰੇਜ਼ ਵੀ ਭਾਰਤ ਦੇ ਵਿੱਚ ਉਸੇ ਰਸਤੇ ਥਾਣੀ ਆਉਣਾ ਸ਼ੁਰੂ ਹੋ ਗਏ। ਇੱਕ ਤਰ੍ਹਾਂ ਨਾਲ ਭਾਰਤ ਨੂੰ ਆਉਣ ਦਾ ਰਸਤਾ ਖੁੱਲ੍ਹ ਗਿਆ। ਤਾਂ ਕੈਪਟਨ ਹੌਕਿੰਗਸ ਕਿਉਂ ਮਸ਼ਹੂਰ ਹੈ? ਤਾਂ ਕੈਪਟਨ ਹੌਕਿੰਗਸ ਨਾਮ ਦੇ ਇੱਕ ਅੰਗਰੇਜ਼ ਨੇ ਜਹਾਂਗੀਰ ਤੋਂ ਆਗਿਆ ਲਈ ਸੀ ਫੈਕਟਰੀ ਖੋਲ੍ਹਣ ਦੀ। ਤਾਂ ਕੈਪਟਨ ਹੌਕਿੰਗਸ ਨੇ ਕਿਹਦੇ ਤੋਂ, ਕਿਹੜੇ ਮੁਗਲ ਬਾਦਸ਼ਾਹ ਤੋਂ ਪ੍ਰਵਾਨਗੀ ਲਈ ਸੀ ਫੈਕਟਰੀ ਖੋਲ੍ਹਣ ਦੀ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਕੈਪਟਨ ਹੌਕਿੰਗਸ ਦਾ ਨਾਮ ਵੀ ਬਹੁਤ ਇੰਪੋਰਟੈਂਟ ਹੈ ਅਤੇ ਕਿਹੜੇ ਰਾਜੇ ਤੋਂ ਫੈਕਟਰੀ ਖੋਲ੍ਹਣ ਦੀ ਇਜਾਜ਼ਤ ਲਈ ਸੀ ਉਹਨਾਂ ਦਾ ਨਾਮ ਵੀ ਇੰਪੋਰਟੈਂਟ ਹੈ। ਤਾਂ ਉਹ ਮੁਗਲ ਰਾਜੇ ਸੀ ਜਹਾਂਗੀਰ। ਅਤੇ ਫੈਕਟਰੀ ਕਿੱਥੇ ਖੋਲ੍ਹੀ ਗਈ ਸੀ? ਸੂਰਤ ਵਿੱਚ। ਤਾਂ 1609 ਵਿੱਚ ਕੈਪਟਨ ਹੌਕਿੰਗਸ ਨੇ ਸੂਰਤ ਵਿੱਚ ਫੈਕਟਰੀ ਖੋਲ੍ਹਣ ਦੀ ਜੋ ਪਰਮਿਸ਼ਨ ਲਈ ਸੀ ਜਹਾਂਗੀਰ ਤੋਂ। ਤਾਂ ਇਹ ਦੋਨੇ ਨਾਮ ਅਤੇ ਈਅਰ ਅਤੇ ਜਗ੍ਹਾ ਜੋ ਅੰਗਰੇਜ਼ਾਂ ਦੀ ਪਹਿਲੀ ਫੈਕਟਰੀ ਕਿੱਥੇ ਖੋਲ੍ਹੀ ਗਈ ਸੀ, ਬਹੁਤ ਵਾਰੀ ਕੁਐਸਚਨ ਆਇਆ। ਤਾਂ ਸੂਰਤ ਦੇ ਵਿੱਚ ਖੋਲ੍ਹੀ ਗਈ ਸੀ, ਜੋ ਕਿ ਗੁਜਰਾਤ ਦੇ ਵਿੱਚ ਹੈ। ਨੈਕਸਟ ਕੁਐਸਚਨ ਹੈ ਜੀ 1717। ਨੈਕਸਟ ਈਅਰ ਅਸੀਂ ਕਹਿ ਸਕਦੇ ਹਾਂ 1717। ਤਾਂ ਇਹ ਈਅਰ ਕਿਉਂ ਇੰਪੋਰਟੈਂਟ ਹੈ? ਕਿਉਂਕਿ 1717 ਦੇ ਵਿੱਚ ਜੌਨ ਸੁਲੇਮਾਨ ਨੇ ਮੁਗਲ ਬਾਦਸ਼ਾਹ ਜੀ ਫਰੁਖਸ਼ਾਇਰ ਤੋਂ ਇੱਕ ਸ਼ਾਹੀ ਫਰਮਾਨ ਲਿਆ, ਇੱਕ ਸ਼ਾਹੀ ਫਰਮਾਨ ਹਾਸਲ ਕੀਤਾ, ਜਿਸ ਨੂੰ ਬ੍ਰਿਟਿਸ਼ ਰਾਜ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਤਾਂ ਇਸ ਫਰਮਾਨ ਦੇ ਵਿੱਚ ਕੀ ਸੀ? ਇਸ ਫਰਮਾਨ ਦੇ ਵਿੱਚ ਜੋ ਈਸਟ ਇੰਡੀਆ ਕੰਪਨੀ ਸੀ ਅੰਗਰੇਜ਼ਾਂ ਦੀ, ਇਸ ਨੂੰ ਕਾਫੀ ਰਿਆਇਤਾਂ ਦੇ ਦਿੱਤੀਆਂ। ਕਿਸ ਤਰ੍ਹਾਂ ਦੀ ਰਿਆਇਤਾਂ? ਇਹਨਾਂ ਨੂੰ ਟੈਕਸ
ਬਾਕੀਆਂ ਨਾਲੋਂ ਕਾਫੀ ਘਟਾ ਦਿੱਤਾ ਗਿਆ। ਜਿਹੜੇ ਲੋਕਲ ਰਾਜੇ ਸੀ ਉਹਨਾਂ ਨੂੰ ਵਪਾਰ ਕਰਨ ਲਈ ਕਾਫੀ ਟੈਕਸ ਲੱਗਦਾ ਸੀ, ਜਦੋਂ ਕਿ ਈਸਟ ਇੰਡੀਆ ਕੰਪਨੀ ਨੂੰ ਬਹੁਤ ਘੱਟ ਟੈਕਸ ਲੱਗਦਾ ਸੀ ਉਹਨਾਂ ਦੇ ਕੰਪੈਰੀਜ਼ਨ ਤੋਂ, ਜਿਹਦੇ ਕਰਕੇ ਈਸਟ ਇੰਡੀਆ ਕੰਪਨੀ ਦਾ ਵਪਾਰ ਬਹੁਤ ਵਧਿਆ। ਕਿਉਂਕਿ ਇਹ ਇੱਕ ਵੱਡਾ ਡਿਸੀਜ਼ਨ ਸੀ, ਇੱਕ ਵੱਡਾ ਫਰਮਾਨ ਸੀ, ਅਤੇ ਇਸ ਨੂੰ ਮੈਗਨਾ ਕਾਰਟਾ ਕਿਹਾ ਜਾਂਦਾ। ਮੈਗਨਾ ਕਾਰਟਾ ਇੱਕ ਇੰਗਲੈਂਡ ਦਾ ਡਾਕੂਮੈਂਟ ਸੀ, ਜਿਹਦੇ ਬਾਰੇ ਅਸੀਂ ਅਲੱਗ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਪਰ ਇਹ ਬਹੁਤ ਫੇਮਸ ਡਾਕੂਮੈਂਟ ਸੀ ਜੋ ਪਹਿਲੀ ਵਾਰੀ ਰਿਟਨ ਦੇ ਵਿੱਚ ਲਿਆਂਦਾ ਗਿਆ। 1215 ਦੀ ਗੱਲ ਹੈ ਇਹ। ਤਾਂ ਇਹ ਬ੍ਰਿਟੇਨ ਦਾ ਬਹੁਤ ਇੰਪੋਰਟੈਂਟ ਡਾਕੂਮੈਂਟ ਸੀ। ਉਸ ਤੋਂ ਬਾਅਦ ਵਰਲਡ ਦੇ ਵਿੱਚ ਜਦੋਂ ਵੀ ਕੋਈ ਵੱਡਾ ਐਗਰੀਮੈਂਟ ਹੋਇਆ ਹਿਸਟਰੀ ਦੇ ਵਿੱਚ, ਤਾਂ ਉਹਨੂੰ ਮੈਗਨਾ ਕਾਰਟਾ ਨਾਲ ਕੰਪੇਅਰ ਕੀਤਾ ਗਿਆ। ਇਸ ਲਈ ਇਸ ਨੂੰ ਬ੍ਰਿਟਿਸ਼ ਰਾਜ ਦਾ ਮੈਗਨਾ ਕਾਰਟਾ ਕਿਹਾ ਜਾਂਦਾ। ਹੁਣ ਇਹਦੇ ਵਿੱਚ ਕੁਐਸਚਨਸ ਕੀ ਹੁੰਦੇ ਆ? ਪਹਿਲੇ ਕੁਐਸਚਨ ਹੁੰਦੇ ਕਿ ਕਿਹੜੇ ਵਿਅਕਤੀ ਨੇ ਸ਼ਾਹੀ ਫਰਮਾਨ ਹਾਸਲ ਕੀਤਾ ਸੀ? ਤਾਂ ਉਹ ਵਿਅਕਤੀ ਦਾ ਨਾਮ ਸੀ ਜੌਨ ਸੁਲੇਮਾਨ। ਕਿਸ ਤੋਂ ਸ਼ਾਹੀ ਫਰਮਾਨ ਹਾਸਲ ਕੀਤਾ ਸੀ? ਤਾਂ ਉਸ ਬਾਦਸ਼ਾਹ ਦਾ ਨਾਮ ਸੀ ਫਰੁਖਸ਼ਾਇਰ। ਉਸ ਤੋਂ ਬਾਅਦ ਇਸ ਨੂੰ ਕੀ ਕਿਹਾ ਜਾਂਦਾ ਫਰਮਾਨ ਨੂੰ? ਮੈਗਨਾ ਕਾਰਟਾ ਕਿਹਾ ਜਾਂਦਾ, ਮੈਗਨਾ ਕਾਰਟਾ ਆਫ ਬ੍ਰਿਟਿਸ਼ ਰਾਜ। ਅਤੇ ਐਂਡ 'ਤੇ ਇਹਦਾ ਈਅਰ ਵੀ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਜੀ, ਨੈਕਸਟ ਈਅਰ ਹੈ ਜੀ 1756। ਤਾਂ 1756 ਕਿਉਂ ਇੰਪੋਰਟੈਂਟ ਹੈ? ਅੰਗਰੇਜ਼ਾਂ ਨੇ ਜੋ ਆਪਦਾ ਮੈਕਸੀਮਮ ਪਹਿਲਾਂ ਰਾਜ ਸਥਾਪਿਤ ਕੀਤਾ, ਉਹ ਇੰਡੀਆ ਦੇ ਬੰਗਾਲ ਦੇ ਵਿੱਚ ਸਥਾਪਿਤ ਕੀਤਾ, ਬੰਗਾਲ ਦੇ ਵਿੱਚ ਸਥਾਪਿਤ ਕੀਤਾ, ਜਿਹਨੂੰ ਹੁਣ ਅਸੀਂ ਵੈਸਟ ਬੰਗਾਲ ਕਹਿ ਦਿੰਦੇ ਹਾਂ, ਅਤੇ ਕੁਛ ਹਿੱਸਾ ਉਹਦਾ ਬੰਗਲਾਦੇਸ਼ ਦੇ ਵਿੱਚ ਚਲਾ ਗਿਆ। ਤਾਂ ਬੰਗਾਲ ਦੇ ਵਿੱਚ ਇੱਕ ਇੰਪੋਰਟੈਂਟ ਘਟਨਾ ਹੁੰਦੀ ਹੈ। ਬੰਗਾਲ ਦਾ ਉਸ ਸਮੇਂ 'ਤੇ 1756 ਈਸਵੀ ਦੇ ਵਿੱਚ ਬੰਗਾਲ ਦਾ ਜਿਹੜਾ ਨਵਾਬ ਸੀ ਉਹਦਾ ਨਾਮ ਸੀ ਸਿਰਾਜੂਦੌਲਾ। ਤਾਂ ਸਿਰਾਜੂਦੌਲਾ ਨੂੰ ਅੰਗਰੇਜ਼ਾਂ ਤੋਂ ਇੱਕ ਤਰ੍ਹਾਂ ਦੀ ਨਫ਼ਰਤ ਜਾਂ ਜੈਲਸੀ ਪੈਦਾ ਹੋਣ ਲੱਗ ਗਈ। ਕਿਉਂ? ਕਿਉਂਕਿ ਇਹ ਬਾਕੀਆਂ ਨਾਲੋਂ ਬਹੁਤ ਘੱਟ ਟੈਕਸ ਦਿੰਦੇ ਸੀ। ਆਪ ਤਾਂ ਟੈਕਸ ਦਿੰਦੇ ਹੀ ਸੀ, ਉਸ ਤੋਂ ਇਲਾਵਾ ਜੋ ਇਹਨਾਂ ਦੇ ਪਾਸ ਬਣੇ ਹੋਏ ਸੀ, ਜਿਨ੍ਹਾਂ ਨੂੰ ਦਸਤਕ ਕਹਿੰਦੇ ਸੀ, ਤਾਂ ਅੰਗਰੇਜ਼ਾਂ ਦੇ ਖਾਸ ਪਾਸ ਬਣੇ ਹੋਏ ਸੀ। ਜਿਵੇਂ ਕਿ ਅਸੀਂ ਪਹਿਲਾਂ ਵੇਖਿਆ, ਇਹਨਾਂ ਨੂੰ ਰਿਆਇਤਾਂ ਦੇਤੀਆਂ ਸੀਗੀਆਂ ਫਰੁਖਸ਼ਾਇਰ ਨੇ, ਤਾਂ ਉਹਨਾਂ ਨੂੰ ਹੀ ਅੱਗੇ ਵਰਤਦੇ ਹੋਏ ਇਹਨਾਂ ਨੇ ਦਸਤਕ ਬਣਾ ਲਏ, ਜਾਣੀ ਕਿ ਪਾਸ ਬਣਾਤੇ। ਤਾਂ ਜਿਨ੍ਹਾਂ ਕੋਲ ਵੀ ਇਹ ਦਸਤਕ ਪਾਸ ਹੁੰਦੇ ਸੀ, ਉਹਨਾਂ ਨੂੰ ਕੋਈ ਵੀ ਟੈਕਸ ਨਹੀਂ ਸੀ ਲੱਗਦਾ ਬੰਗਾਲ ਦੇ ਵਿੱਚ ਵਪਾਰ ਕਰਨ ਲਈ। ਅੰਗਰੇਜ਼ਾਂ ਨੇ ਆਪ ਤਾਂ ਫ੍ਰੀ ਵਪਾਰ ਕੀਤਾ ਹੀ, ਅੱਗੇ ਆਪ ਦੇ ਨਾਲ ਜਿਹੜੇ ਵਪਾਰੀ ਹੋਰ ਸੀ ਉਹਨਾਂ ਨੂੰ ਵੀ ਦਸਤਕ ਦੇਣੇ ਸ਼ੁਰੂ ਕਰਤੇ। ਤਾਂ ਇਹਨਾਂ ਦਾ ਮਿਸਯੂਜ਼ ਬਹੁਤ ਹੋਣਾ ਸ਼ੁਰੂ ਹੋ ਗਿਆ। ਤਾਂ ਜਿਵੇਂ ਇਹਨਾਂ ਦਾ ਮਿਸਯੂਜ਼ ਹੋਣਾ ਸ਼ੁਰੂ ਹੋ ਗਿਆ, ਤਾਂ ਜੋ ਬੰਗਾਲ ਦਾ ਨਵਾਬ ਸੀ ਸਿਰਾਜੂਦੌਲਾ, ਉਹਦੀ ਆਮਦਨ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਤਾਂ ਇਸ ਕਰਕੇ ਇਹ ਅੰਗਰੇਜ਼ਾਂ ਤੋਂ ਗੁੱਸੇ ਹੋ ਜਾਂਦਾ ਸੀ, ਕਹਿ ਸਕਦੇ ਖਫਾ ਹੋ ਜਾਂਦਾ। ਤਾਂ ਇਹਦੇ ਨਾਲ ਇਹਨੇ ਜੋ ਪਹਿਲਾ ਵੱਡਾ ਐਕਸ਼ਨ ਲਿਆ, ਇਹਨੇ ਕੀ ਕੀਤਾ? 20 ਜੂਨ 1756 ਈਸਵੀ ਵਿੱਚ 30,000 ਫੌਜਾਂ ਲੈ ਕੇ ਇੱਕ ਅੰਗਰੇਜ਼ਾਂ ਦਾ ਕਿਲ੍ਹਾ ਬਣਿਆ ਹੋਇਆ ਸੀ ਵਿਲੀਅਮ ਫੋਰਟ। ਤਾਂ ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਕੁਐਸਚਨ ਹੁੰਦਾ ਕਿ ਵਿਲੀਅਮ ਫੋਰਟ ਕਿੱਥੇ ਬਣਿਆ ਹੋਇਆ ਸੀ ਅੰਗਰੇਜ਼ਾਂ ਦਾ? ਇਹ ਕਲਕੱਤਾ ਵਿੱਚ ਬਣਿਆ ਹੋਇਆ ਸੀ। ਤਾਂ ਸਿਰਾਜੂਦੌਲਾ ਕੀ ਕਰਦਾ? ਆਪਦੀ 30,000 ਫੌਜਾਂ ਨੂੰ ਲੈ ਕੇ ਵਿਲੀਅਮ ਫੋਰਟ ਦੇ ਉੱਪਰ ਕਬਜ਼ਾ ਕਰ ਲੈਂਦਾ ਜਾਂ ਹਮਲਾ ਕਰ ਦਿੰਦਾ 20 ਜੂਨ 1756 ਨੂੰ। ਤਾਂ ਉਹਦੇ ਵਿੱਚ ਜੋ ਵੀ ਅੰਗਰੇਜ਼ ਸੀ, ਕੁਝ ਲੋਕ ਉੱਥੋਂ ਭੱਜ ਜਾਂਦੇ ਆ, ਅਤੇ ਬਾਕੀ ਜੋ ਲੋਕ ਆ 146 ਲੋਕਾਂ ਨੂੰ ਉਹ ਕੈਦ ਕਰ ਦਿੰਦਾ ਇੱਕ ਹੀ ਕਮਰੇ ਵਿੱਚ, ਬਹੁਤ ਛੋਟੇ ਕਮਰੇ ਦੇ ਵਿੱਚ ਕੈਦ ਕਰ ਦਿੰਦਾ, ਅਤੇ ਉੱਥੋਂ ਚਲੇ ਜਾਂਦਾ। ਤਾਂ ਉਹਨਾਂ ਦੇ ਵਿੱਚੋਂ ਸਾਹ ਘੁੱਟਣ ਨਾਲ ਜਦੋਂ ਤੱਕ ਅਗਲੇ ਦਿਨ ਤੱਕ ਉੱਥੋਂ ਉਹਨਾਂ ਨੂੰ ਕੱਢਿਆ ਜਾਂਦਾ, 130 ਲੋਕਾਂ ਦੀ ਉਸ ਕਮਰੇ ਦੇ ਵਿੱਚ ਮੌਤ ਹੋ ਜਾਂਦੀ ਹੈ ਸਾਹ ਘੁੱਟਣ ਨਾਲ 146 ਦੇ ਵਿੱਚੋਂ, ਜੋ ਸਰਕਾਰੀ ਡਾਟਾ ਹੈ। ਕਈ ਡਾਟੇ ਦੇ ਅਨੁਸਾਰ ਇੱਥੇ 1100 ਤੋਂ ਵੀ ਵੱਧ ਲੋਕ ਮਰੇ ਸੀ। ਅਲੱਗ-ਅਲੱਗ ਹਿਸਟੋਰੀਅਨ ਦੀ ਅਲੱਗ-ਅਲੱਗ ਰਾਏ ਹੈ, ਪਰ ਜੋ ਮੰਨੇ ਜਾਂਦੇ ਕਿ 130 ਲੋਕ ਉਸ ਕਮਰੇ ਦੇ ਵਿੱਚ ਸਾਹ ਜਿਹੜਾ ਘੁੱਟਣ ਨਾਲ ਮਰ ਗਏ। ਤਾਂ ਇਹ ਸਾਰੀ ਘਟਨਾ ਨੂੰ ਕੀ ਕਿਹਾ ਜਾਂਦਾ? ਬਲੈਕ ਹੋਲ ਟ੍ਰੈਜੇਡੀ। ਤਾਂ ਹੁਣ ਇਹਦੇ 'ਚੋਂ ਇੰਪੋਰਟੈਂਟ ਕੁਐਸਚਨ ਕੀ ਬਣਦੇ ਕਿ ਬਲੈਕ ਹੋਲ ਟ੍ਰੈਜੇਡੀ ਦੇ ਵਿੱਚ ਕਿਹੜੇ ਨਵਾਬ ਦਾ ਹੱਥ ਸੀ? ਤਾਂ ਆਪਸ਼ਨ ਇਹਦਾ ਰਾਈਟ ਆਨਸਰ ਆਊਗਾ ਜੀ ਸਿਰਾਜੂਦੌਲਾ। ਸੈਕਿੰਡ, ਇਹ ਕਿੱਥੇ ਹੋਈ? ਫੋਰਟ ਵਿਲੀਅਮ ਵਿੱਚ। ਫੋਰਟ ਵਿਲੀਅਮ ਕਿੱਥੇ ਆ? ਕਲਕੱਤਾ ਦੇ ਵਿੱਚ। ਅਤੇ ਲਾਸਟ ਇਹਦਾ ਅਸੀਂ ਕੀ ਯਾਦ ਕਰਨਾ? ਲਾਸਟ ਅਸੀਂ ਇਹਦਾ ਯਾਦ ਕਰਨਾ ਈਅਰ 1756। ਤਾਂ ਇਹ 1756 ਬਾਰੇ ਇੰਪੋਰਟੈਂਟ ਜਿਹੜੀ ਚੀਜ਼ਾਂ ਅਸੀਂ ਜਾਣਨੀਆਂ। ਨੈਕਸਟ ਕੁਐਸਚਨ, ਨੈਕਸਟ ਈਅਰ ਹੈ ਜੀ 1756। ਤਾਂ 1757 ਵਿੱਚ ਕੀ ਹੁੰਦਾ? ਜੋ ਵੀ ਸਿਰਾਜੂਦੌਲਾ ਨੇ ਕੀਤਾ ਉਸ ਦਾ ਬਦਲਾ ਲੈਣ ਵਾਸਤੇ, ਜਾਂ ਉਸ ਦਾ ਬਦਲਾ ਲੈਣ ਵਾਸਤੇ ਕੀ ਹੁੰਦਾ? ਅੰਗਰੇਜ਼ਾਂ ਵੱਲੋਂ ਰੋਬਰਟ ਕਲਾਈਵ ਨੂੰ ਭੇਜਿਆ ਜਾਂਦਾ। ਅਤੇ ਰੋਬਰਟ ਕਲਾਈਵ ਇੱਕ ਸੈਨਾਪਤੀ ਸੀ ਜਿਸ ਦਾ ਯੁੱਧ ਹੁੰਦਾ ਸਿਰਾਜੂਦੌਲਾ ਨਾਲ। ਅਤੇ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਲੜਾਈ ਹੁੰਦੀ ਹੈ ਜੋ ਕਿ ਕਾਫੀ ਫੇਮਸ ਹੈ, ਤੁਸੀਂ ਪਹਿਲਾਂ ਵੀ ਨਾਮ ਸੁਣਿਆ ਹੋਣਾ, ਪਲਾਸੀ ਦਾ ਯੁੱਧ ਕਿਹਾ ਜਾਂਦਾ। ਤਾਂ ਜਿਸ ਨੂੰ ਪਲਾਸੀ ਦਾ ਯੁੱਧ ਕਿਹਾ ਜਾਂਦਾ, ਇਹ ਲੜਾਈ ਕਦੋਂ ਹੁੰਦੀ ਹੈ? 23 ਜੂਨ 1757 ਨੂੰ। ਤਾਂ 23 ਜੂਨ 1757 ਨੂੰ ਸਿਰਾਜੂਦੌਲਾ ਸੀ ਇੱਕ ਪਾਸੇ, ਦੂਜੇ ਪਾਸੇ ਅੰਗਰੇਜ਼ਾਂ ਵੱਲੋਂ ਸੀ ਰੋਬਰਟ ਕਲਾਈਵ। ਤਾਂ ਇਹਨਾਂ ਦਾ ਯੁੱਧ ਹੁੰਦਾ ਜਿਹਦੇ ਵਿੱਚ ਕੀ ਆ? ਅੰਗਰੇਜ਼ਾਂ ਦੀ ਜਿੱਤ ਹੋ ਜਾਂਦੀ ਹੈ ਅਤੇ ਸਿਰਾਜੂਦੌਲਾ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋ ਜਾਂਦੀ ਹੈ। ਇਸ ਹਾਰ ਤੋਂ ਦਾ ਨਵਾਬ ਬਣਾ ਦਿੰਦੇ ਆ। ਤਾਂ ਮੀਰ ਜ਼ਾਫਰ ਸਿਰਾਜੂਦੌਲਾ ਦਾ ਸੈਨਾਪਤੀ ਸੀ, ਉਸਦੀ ਸੈਨਾ ਦਾ ਸੈਨਾ ਪ੍ਰਮੁੱਖ ਸੀ, ਜਿਹਨੇ ਕਿ ਉਸ ਲੜਾਈ ਦੇ ਵਿੱਚ ਇਹਨੂੰ ਧੋਖਾ ਦਿੰਦਾ, ਸਿਰਾਜੂਦੌਲਾ ਨੂੰ ਧੋਖਾ ਦਿੰਦਾ। ਅਤੇ ਉਸ ਤੋਂ ਬਾਅਦ ਮੀਰ ਜ਼ਾਫਰ ਨੂੰ ਅੰਗਰੇਜ਼ ਬੰਗਾਲ ਦਾ ਨਵਾਬ ਬਣਾ ਦਿੰਦੇ ਆ 1757 ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ। ਅਗਲਾ ਈਅਰ ਹੈ ਜੀ 1760। ਤਾਂ 1760
ਈਅਰ ਇਸ ਕਰਕੇ ਫੇਮਸ, ਇਸ ਕਰਕੇ ਮਸ਼ਹੂਰ ਹੈ ਕਿ ਇੱਕ ਪੇਪਰਸ ਦੇ ਵਿੱਚ ਕੁਐਸਚਨ ਬਹੁਤ ਹੁੰਦਾ ਕਿ ਬੈਟਲ ਆਫ ਵੈਂਡੀਵਸ਼ ਕਦੋਂ ਹੋਇਆ ਤੇ ਕਿਹਦੇ ਵਿਚਕਾਰ ਹੋਇਆ। ਤਾਂ ਜਦੋਂ ਅੰਗਰੇਜ਼ ਆਏ ਸੀ ਉਦੋਂ ਭਾਰਤ ਦੇ ਵਿੱਚ ਪੁਰਤਗਾਲੀ ਵੀ ਆਏ ਸੀ, ਫਰਾਂਸੀਸੀ ਵੀ ਆਏ ਸੀ, ਡੱਚ ਵੀ ਆਏ ਸੀ। ਤਾਂ ਇਹਨਾਂ ਵਿੱਚੋਂ ਇੱਕ ਅੰਗਰੇਜ਼ਾਂ ਤੇ ਫਰਾਂਸੀਸੀਆਂ ਵਿੱਚ ਇੱਕ ਯੁੱਧ ਵੀ ਹੋਇਆ ਇੰਡੀਆ ਦੇ ਵਿੱਚ ਆਪਦੀ ਪ੍ਰਭੂਸੱਤਾ ਕਾਇਮ ਕਰਨ ਵਾਸਤੇ। ਤਾਂ ਇਹ ਯੁੱਧ ਹੋਇਆ 1760 ਦੇ ਵਿੱਚ। ਇਹਨੂੰ ਕੀ ਕਿਹਾ ਜਾਂਦਾ, ਬੈਟਲ ਆਫ ਵੰਡੀਵਾਸ਼। ਅਤੇ ਇਸ ਤੋਂ ਬਾਅਦ ਕੀ ਹੋਇਆ, ਇਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ ਇੱਕ ਸੰਧੀ ਹੁੰਦੀ ਹੈ ਜਿਸ ਨੂੰ ਟ੍ਰੀਟੀ ਆਫ ਪੈਰਿਸ ਕਿਹਾ ਜਾਂਦਾ। ਅਤੇ ਇਸ ਤੋਂ ਬਾਅਦ ਇਹਦੇ ਵਿੱਚ ਸੰਧੀ ਹੁੰਦੀ ਹੈ। ਅੰਗਰੇਜ਼ਾਂ ਨੇ ਇਸ ਯੁੱਧ ਵਿੱਚ ਫਰਾਂਸੀਸੀਆਂ ਨੂੰ ਹਰਾਤਾ ਸੀ। ਤਾਂ ਜਿਸ ਤੋਂ ਬਾਅਦ ਅੰਗਰੇਜ਼ ਭਾਰਤ ਦੇ ਵਿੱਚ ਹੋਰ ਵੀ ਜ਼ਿਆਦਾ ਸਟਰੋਂਗ ਹੋਈ ਸੀ। ਤਾਂ ਇਹਦੇ ਮੇਨ ਕੀ ਅਸੀਂ ਯਾਦ ਰੱਖਣਾ, ਪਹਿਲਾਂ ਤਾਂ ਕੁਐਸਚਨ ਹੁੰਦਾ ਬੈਟਲ ਆਫ ਵੰਡੀਵਾਸ਼ ਕਿਹਨਾਂ ਵਿਚਕਾਰ ਹੋਇਆ, ਤਾਂ ਅੰਗਰੇਜ਼ਾਂ ਤੇ ਫਰਾਂਸੀਸੀਆਂ ਵਿਚਕਾਰ। ਕਿਹਨਾਂ ਦੀ ਜਿੱਤ ਹੋਈ, ਅੰਗਰੇਜ਼ਾਂ ਦੀ। ਉਸ ਯੁੱਧ ਦੇ ਖਤਮ ਹੋਣ 'ਤੇ ਜੋ ਸੰਧੀ ਹੁੰਦੀ ਹੈ ਉਹਦਾ ਨਾਮ ਕੀ ਹੈ, ਟ੍ਰੀਟੀ ਆਫ ਪੈਰਿਸ। ਦਾ ਈਅਰ ਤਾਂ ਆਪਾਂ ਯਾਦ ਰੱਖਣਾ ਹੀ ਹੈ 1760। ਨੈਕਸਟ ਈਅਰ ਜੋ ਇੰਪੋਰਟੈਂਟ ਹੈ ਜੀ ਇੰਡੀਅਨ ਹਿਸਟਰੀ ਵਿੱਚ ਉਹ ਹੈ ਜੀ 1764। ਜਿਵੇਂ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ 1757 ਦੇ ਵਿੱਚ ਅੰਗਰੇਜ਼ਾਂ ਨੇ ਪਲਾਸੀ ਦੀ ਲੜਾਈ ਦੇ ਵਿੱਚ ਸਿਰਾਜੂਦੌਲਾ ਨੂੰ ਹਰਾਉਣ ਤੋਂ ਬਾਅਦ ਉਹਦੇ ਹੀ ਜੋ ਸੈਨਾਪਤੀ ਸੀ ਮੀਰ ਜ਼ਾਫਰ, ਜਿਸ ਨੇ ਗੱਦਾਰੀ ਕੀਤੀ ਸਿਰਾਜੂਦੌਲਾ ਨਾਲ, ਉਸ ਨੂੰ ਧੋਖਾ ਦਿੱਤਾ, ਨੂੰ ਬੰਗਾਲ ਦਾ ਨਵਾਬ ਬਣਾ ਦਿੰਦੇ ਆ। ਪਰ ਉਸ ਤੋਂ ਬਾਅਦ ਮੀਰ ਜ਼ਾਫਰ ਨਾਲ ਵੀ ਜ਼ਿਆਦਾ ਦੇਰ ਅੰਗਰੇਜ਼ਾਂ ਦੀ ਨਹੀਂ ਬਣਦੀ ਅਤੇ ਉਸ ਤੋਂ ਬਾਅਦ ਮੀਰ ਕਾਸਿਮ ਨੂੰ, ਜੋ ਮੀਰ ਜ਼ਾਫਰ ਦਾ ਹੀ ਜਵਾਈ ਸੀ, ਤਾਂ ਇਸ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਜਾਂਦਾ, ਮੀਰ ਜਾਫਰ ਦੇ ਜਵਾਈ ਨੂੰ, ਮੀਰ ਕਾਸਿਮ ਨੂੰ। ਤਾਂ ਮੀਰ ਕਾਸਿਮ ਦੇ ਨਾਲ ਵੀ ਅੰਗਰੇਜ਼ਾਂ ਦੀ ਥੋੜ੍ਹੀ ਦੇਰ ਬਾਅਦ ਫਿਰ ਮਤਭੇਦ ਪੈਦਾ ਹੋ ਜਾਂਦੇ ਆ। ਤਾਂ ਉਸ ਦੇ ਬਾਅਦ ਮੀਰ ਕਾਸਿਮ ਅਤੇ ਅੰਗਰੇਜ਼ਾਂ ਦੇ ਵਿੱਚ ਇੱਕ ਯੁੱਧ ਹੁੰਦਾ ਬਕਸਰ ਦੇ ਵਿੱਚ। ਤਾਂ ਇਸ ਨੂੰ ਕੀ ਕਿਹਾ ਜਾਂਦਾ, ਬੈਟਲ ਆਫ ਬਕਸਰ ਜਾਂ ਬਕਸਰ ਦੀ ਲੜਾਈ। ਕਦੋਂ ਹੁੰਦਾ, 20 ਜੂਨ 1764 ਵਿੱਚ। ਅੰਗਰੇਜ਼ਾਂ ਦੀ ਅਗਵਾਈ ਇਹਦੇ ਵਿੱਚ ਕਿਹਦੇ ਵੱਲੋਂ ਕੀਤੀ ਜਾਂਦੀ ਹੈ, ਹੈਕਟਰ ਮੁਨਰੋ ਵੱਲੋਂ। ਤਾਂ ਹੈਕਟਰ ਮੁਨਰੋ ਵੱਲੋਂ ਅੰਗਰੇਜ਼ਾਂ ਦੀ ਅਗਵਾਈ ਕੀਤੀ ਜਾਂਦੀ ਹੈ। ਪਲਾਸੀ ਦੇ ਯੁੱਧ ਵਿੱਚ ਕਿਹਦੇ ਵੱਲੋਂ ਕੀਤੀ ਗਈ ਸੀ, ਰੋਬਰਟ ਕਲਾਈ ਵੱਲੋਂ। ਤਾਂ ਇਹਦੇ ਵਿੱਚ ਫਿਰ ਅੰਗਰੇਜ਼ਾਂ ਦੀ ਜਿੱਤ ਹੁੰਦੀ ਹੈ। ਅਤੇ ਇਸ ਯੁੱਧ ਤੋਂ ਬਾਅਦ ਇੱਕ ਸੰਧੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਇਲਾਹਾਬਾਦ ਦੀ ਸੰਧੀ। ਤਾਂ ਇਸ ਬਾਰੇ ਫੇਮਸ ਕੁਐਸਚਨ, ਜੋ ਜ਼ਿਆਦਾ ਇੰਪੋਰਟੈਂਟ ਕੁਐਸਚਨ ਕੀ ਨੇ, ਪਹਿਲਾਂ ਤਾਂ ਬਕਸਰ ਦੀ ਲੜਾਈ ਦਾ ਈਅਰ ਪੁੱਛਿਆ ਜਾਂਦਾ 1764। ਤਾਂ ਕਿਹਦੇ ਵਿਚਕਾਰ ਹੋਈ, ਮੀਰ ਕਾਸਿਮ ਅਤੇ ਅੰਗਰੇਜ਼ਾਂ ਦੇ ਵਿਚਕਾਰ। ਕਿਹਦੀ ਜਿੱਤ ਹੁੰਦੀ ਹੈ ਜੀ, ਅੰਗਰੇਜ਼ਾਂ ਦੀ ਜਿੱਤ। ਅਤੇ ਅੰਗਰੇਜ਼ਾਂ ਦੀ ਅਗਵਾਈ ਇਹਦੇ ਵਿੱਚ ਕੌਣ ਕਰ ਰਿਹਾ ਹੁੰਦਾ, ਹੈਕਟਰ ਮੁਨਰੋ। ਤਾਂ 22 ਜੂਨ 1764 ਨੂੰ ਇਹ ਲੜਾਈ ਹੁੰਦੀ ਹੈ। ਨੈਕਸਟ 1772। ਤਾਂ ਜੋ ਅਸੀਂ ਜਾਣਦੇ ਹਾਂ ਕਿ ਅੰਗਰੇਜ਼ਾਂ ਦੇ ਵਿੱਚ ਅਤੇ ਮੀਰ ਕਾਸਿਮ ਦੇ ਵਿੱਚ ਯੁੱਧ ਹੋਇਆ ਸੀ ਬਕਸਰ ਦੀ ਲੜਾਈ 1764। ਤਾਂ ਉਹਦੇ ਵਿੱਚ ਕੀ ਹੈ, ਜੋ ਇਲਾਹਾਬਾਦ ਦੀ ਸੰਧੀ ਹੁੰਦੀ ਹੈ ਉਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਨੇ, ਕਿਉਂਕਿ ਅੰਗਰੇਜ਼ ਜਿੱਤਦੇ ਆ ਤਾਂ ਉਹ ਆਪਦੀ ਕੁਝ ਸ਼ਰਤਾਂ ਮਨਵਾਉਂਦੇ ਨੇ ਜਬਰੀ ਬੰਗਾਲ ਦੇ ਨਵਾਬ ਤੋਂ। ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੇ ਸਾਰੇ ਦੀਵਾਨੀ ਅਧਿਕਾਰ ਜਾਣੀ ਕਿ ਰੈਵਨਿਊ ਕਲੈਕਸ਼ਨ, ਜੋ ਪੈਸਾ ਇਕੱਠਾ ਕਰਨਾ, ਉਹ ਸਾਰੇ ਅੰਗਰੇਜ਼ਾਂ ਨੂੰ ਮਿਲ ਜਾਂਦੇ ਆ। ਪਰ ਜੋ ਪ੍ਰਸ਼ਾਸਨਿਕ ਅਧਿਕਾਰ ਕਿਹਦੇ ਕੋਲ ਰਹਿੰਦੇ, ਨਵਾਬ ਕੋਲ। ਅਸੀਂ ਕਹਿ ਸਕਦੇ ਹਾਂ ਨਵਾਬ ਇੱਕ ਨਾਮ ਮਾਤਰ ਦਾ ਹੀ ਨਵਾਬ ਰਹਿ ਜਾਂਦਾ ਇਸ ਸੰਧੀ ਤੋਂ ਬਾਅਦ। ਤਾਂ ਇਹ ਕਿਉਂਕਿ ਅੱਧੇ ਅਧਿਕਾਰ ਅੰਗਰੇਜ਼ਾਂ ਕੋਲ ਆ ਗਏ ਅਤੇ ਅੱਧੇ ਅਧਿਕਾਰ ਨਵਾਬ ਕੋਲ ਚਲੇ ਗਏ, ਤਾਂ ਇਹਨੂੰ ਕੀ ਕਿਹਾ ਜਾਂਦਾ, ਡਿਊਲ ਗੌਰਮੈਂਟ ਦਾ ਨਾਮ ਦਿੱਤਾ ਜਾਂਦਾ, ਜਾਣੀ ਕਿ ਦੋਹਰੀ ਸਰਕਾਰ। ਬੰਗਾਲ ਵਿੱਚ ਦੋਹਰੀ ਸਰਕਾਰ ਦੀ ਸਥਾਪਨਾ ਹੋ ਜਾਂਦੀ ਹੈ। ਤਾਂ 1772 ਇਸ ਲਈ ਇੰਪੋਰਟੈਂਟ ਹੈ ਕਿਉਂਕਿ 1772 ਵਿੱਚ ਵਾਰਨ ਹੈਸਟਿੰਗਸ ਨੇ, ਜੋ ਗਵਰਨਰ ਜਨਰਲ ਬੰਗਾਲ ਦੇ ਸੀ, ਇਹਨਾਂ ਵੱਲੋਂ ਦੋਹਰੀ ਗੌਰਮੈਂਟ ਜਾਂ ਡਿਊਲ ਗੌਰਮੈਂਟ ਦਾ ਜੋ ਅੰਤ ਕੀਤਾ ਗਿਆ ਸੀ। ਤਾਂ ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਆਇਆ। ਕੁਐਸਚਨ ਕਿਸ ਤਰ੍ਹਾਂ ਆ ਜਾਂਦਾ ਕਿ ਡਿਊਲ ਗੌਰਮੈਂਟ ਦਾ ਅੰਤ ਕਦੋਂ ਕੀਤਾ ਗਿਆ, ਵਾਰਨ ਹੈਸਟਿੰਗ ਵੱਲੋਂ। ਜਾਂ ਫਿਰ ਆ ਜਾਂਦਾ ਕਿ ਡਿਊਲ ਗੌਰਮੈਂਟ ਕਿਹੜੀ ਸੰਧੀ ਤੋਂ ਬਾਅਦ ਬਣੀ ਸੀ, ਇਲਾਹਾਬਾਦ ਦੀ ਸੰਧੀ ਤੋਂ ਬਾਅਦ। ਹੋਰ ਕੀ ਕੁਐਸਚਨ ਆ ਜਾਂਦਾ ਕਿ ਡਿਊਲ ਗੌਰਮੈਂਟ ਦਾ ਅੰਤ ਕਿਹੜੀ ਈਅਰ ਦੇ ਵਿੱਚ ਹੋਇਆ, 1772 ਦੇ ਵਿੱਚ ਡਿਊਲ ਗੌਰਮੈਂਟ ਦਾ ਅੰਤ ਹੁੰਦਾ ਵਾਰਨ ਹੈਸਟਿੰਗਸ ਵੱਲੋਂ। ਨੈਕਸਟ ਹੈ ਜੀ ਸਭ ਤੋਂ ਫੇਮਸ 1857 ਦਾ ਵਿਦਰੋਹ, ਜੋ ਭਾਰਤੀਆਂ ਦਾ ਅੰਗਰੇਜ਼ਾਂ ਦੇ ਖਿਲਾਫ ਪਹਿਲਾ ਵੱਡੇ ਲੈਵਲ ਦਾ ਸੀ ਵਿਦਰੋਹ ਕਹਿ ਸਕਦੇ ਹਾਂ। ਤਾਂ 1857 ਦੇ ਵਿਦਰੋਹ ਨੂੰ ਸਮਝਣ ਲਈ ਅਸੀਂ ਬਰੀਫ 'ਚ ਸਮਝਾਂਗੇ ਕਿ ਇਸ ਦੇ ਕਾਰਨ ਕੀ ਸੀ। ਤਾਂ ਇਸ ਦੇ ਮੁੱਖ ਜੋ 3-4 ਕਾਰਨ ਨੇ ਉਹ ਅਸੀਂ ਪੜ੍ਹਦੇ ਹਾਂ। ਤਾਂ ਪਹਿਲਾ ਤਾਂ ਕੀ ਹੈ ਜੀ, ਬਰਤਾਨੀਆ ਦੀ ਜਿਹੜੀ ਫੌਜ ਸੀ, ਜਾਣੀ ਕਿ ਇੰਗਲੈਂਡ ਦੀ ਜੋ ਭਾਰਤ ਵਿੱਚ ਫੌਜ ਸੀਗੀ, ਜੋ ਈਸਟ ਇੰਡੀਆ ਕੰਪਨੀ ਦੀ ਫੌਜ ਉਹਨਾਂ ਨੇ ਆਪਦੀ ਬਣਾਈ ਸੀ, ਉਹਦੇ ਵਿੱਚ ਭਾਰਤੀ ਬਹੁਤ ਸ਼ਾਮਿਲ ਸੀ। ਤਾਂ ਉਹਨਾਂ ਨੂੰ ਕੀ ਹੈ, ਜ਼ਿਆਦਾ ਹਿੰਦੂ ਲੋਕ ਜ਼ਿਆਦਾ ਸ਼ਾਮਿਲ ਸੀ। ਤਾਂ ਉਹਨਾਂ ਨੂੰ ਖਾਣ ਵਾਸਤੇ ਗਾਂ ਅਤੇ ਸੂਰ ਦੀ ਖਾਣ ਵਾਸਤੇ ਨਹੀਂ, ਤਾਂ ਉਹਨਾਂ ਨੂੰ ਕਾਰਤੂਸ ਦਿੱਤੇ ਜਾਂਦੇ ਸੀ ਚਲਾਉਣ ਵਾਸਤੇ, ਜਿਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਮੂੰਹ ਨਾਲ ਛਿੱਲਣਾ ਪੈਂਦਾ ਸੀ ਉਹਨਾਂ ਕਾਰਤੂਸਾਂ ਨੂੰ। ਅਤੇ ਉਹਨਾਂ ਕਾਰਤੂਸਾਂ ਦੇ ਉੱਪਰ ਕੀ ਲੱਗਿਆ ਹੁੰਦਾ ਸੀ, ਗਾਂ ਅਤੇ ਸੂਰ ਦੇ ਮਾਸ ਦੀ ਚਰਬੀ। ਤਾਂ ਜੋ ਹਿੰਦੂ ਲੋਕ ਹੈ, ਕਿਉਂਕਿ ਉਹ ਗਾਂ ਨੂੰ ਆਪਦੀ ਮਾਤਾ ਦੇ ਰੂਪ ਵਿੱਚ ਪੂਜਦੇ ਆ, ਤਾਂ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਇਹਦੇ ਨਾਲ ਸੱਟ ਪਹੁੰਚਦੀ ਸੀ ਜਦੋਂ ਉਹਨਾਂ ਨੂੰ ਉਹ ਕਾਰਤੂਸ ਜਬਰੀ ਵਰਤੋਂ ਲਈ ਦਿੱਤੇ ਜਾਂਦੇ ਸੀ। ਤਾਂ ਇਸ ਕਰਕੇ ਉਹਨਾਂ ਨੇ ਪਹਿਲਾਂ ਇਸ ਚੀਜ਼ ਦਾ ਵਿਦਰੋਹ ਕਰਨਾ ਸ਼ੁਰੂ ਕੀਤਾ। ਉਸ ਦੇ ਬਾਅਦ ਜੋ ਭਾਰਤੀ ਮੂਲ ਦੇ ਫੌਜੀ ਹੈ
ਉਹਨਾਂ ਨਾਲ ਕਾਫੀ ਭੇਦਭਾਵ ਕੀਤਾ ਜਾਂਦਾ, ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਇੱਕ ਲਿਮਿਟ ਬਣਾ ਦਿੱਤੀ ਜਾਂਦੀ ਹੈ ਕਿ ਜੋ ਭਾਰਤੀ ਫੌਜੀ ਆ ਉਹ ਸੂਬੇਦਾਰ ਦੇ ਰੈਂਕ ਤੋਂ ਉੱਪਰ ਨਹੀਂ ਜਾਊਗਾ, ਜਦੋਂ ਕਿ ਅੰਗਰੇਜ਼ ਫੌਜੀ ਆ ਉਹ ਹੋਰ ਵੀ ਜ਼ਿਆਦਾ ਤਰੱਕੀ ਕਰ ਜਾਂਦੇ ਸੀ। ਨੈਕਸਟ ਕੀ ਹੈ ਜੀ, ਨਾਨਾ ਸਾਹਿਬ। ਤਾਂ ਨਾਨਾ ਸਾਹਿਬ ਸੀਗੇ, ਇਹਨਾਂ ਨੂੰ ਕੀ ਹੈ ਪੈਨਸ਼ਨ ਦੇਣੀ ਬੰਦ ਕਰਤੀ ਸੀ। ਕਿਉਂ? ਕਿਉਂਕਿ ਨਾਨਾ ਸਾਹਿਬ ਗੋਦ ਲਏ ਹੋਏ ਸੀ ਬਾਜੀ ਰਾਓ ਦੂਜਾ ਦੁਆਰਾ। ਤਾਂ ਅੰਗਰੇਜ਼ਾਂ ਨੇ ਇੱਕ ਨੀਤੀ ਲੈ ਕੇ ਆਂਦੀ, ਜਿਹਨੂੰ ਅਸੀਂ ਬਾਅਦ ਦੇ ਵਿੱਚ ਪੜ੍ਹਾਂਗੇ, ਲੈਫਸ ਦੀ ਨੀਤੀ ਵੀ ਹੈ। ਤਾਂ ਉਹਦੇ ਅਨੁਸਾਰ ਕੀ ਸੀ, ਜੋ ਗੋਦ ਲਏ ਹੋਏ ਬੱਚੇ ਸੀਗੇ ਉਹਨਾਂ ਨੂੰ ਰਾਜਿਆਂ ਦੇ ਉੱਤਰਾਧਿਕਾਰੀ ਮੰਨਣ ਤੋਂ ਇਨਕਾਰ ਕਰ ਦਿੱਤਾ। ਤਾਂ ਜਦੋਂ ਨਾਨਾ ਸਾਹਿਬ ਨੂੰ ਪੈਨਸ਼ਨ ਦੇਣ ਤੋਂ ਵੀ ਨਾ ਕਰਤੀ ਤਾਂ ਕਾਨਪੁਰ ਦੇ ਵਿੱਚ ਕੀ ਹੁੰਦਾ, ਵਿਦਰੋਹ ਸ਼ੁਰੂ ਹੋ ਜਾਂਦਾ। ਇਸ ਤੋਂ ਇਲਾਵਾ ਇਸ ਤੋਂ ਇੱਥੇ ਹੀ ਨਹੀਂ ਅੰਗਰੇਜ਼ ਰੁਕਦੇ, ਲੈਫਸ ਦੀ ਨੀਤੀ ਨਾਲ ਅਵਧ ਅਤੇ ਝਾਂਸੀ ਦੋਨਾਂ ਰਾਜਾਂ 'ਤੇ ਕਬਜ਼ਾ ਕਰ ਲੈਂਦੇ ਨੇ। ਤਾਂ ਝਾਂਸੀ ਦੇ ਵਿੱਚ ਵੀ ਵਿਦਰੋਹ ਹੁੰਦਾ ਅਤੇ ਇਹਨਾਂ ਕਰਕੇ ਜੋ ਅੰਗਰੇਜ਼ਾਂ ਵਿੱਚ ਲੋਕਾਂ ਦੇ ਵਿੱਚ, ਭਾਰਤੀ ਲੋਕਾਂ ਵਿੱਚ ਅੰਗਰੇਜ਼ਾਂ ਲਈ ਜੋ ਗੁੱਸਾ ਉਹ ਹੋਰ ਵੀ ਜ਼ਿਆਦਾ ਵੱਧ ਜਾਂਦਾ, ਜੋ ਅੱਗੇ ਜਾ ਕੇ 1857 ਦੇ ਵਿਦਰੋਹ ਦਾ ਰੂਪ ਧਾਰਨ ਕਰਦਾ। ਤਾਂ ਵਿਦਰੋਹ ਦਾ ਘਟਨਾਕ੍ਰਮ ਜੋ ਐਗਜ਼ਾਮਸ ਦੇ ਵਿੱਚ ਜ਼ਿਆਦਾਤਰ ਪੁੱਛਿਆ ਜਾਂਦਾ। ਤਾਂ ਜੋ ਵਿਦਰੋਹ ਦਾ ਪੁੱਛਿਆ ਜਾਂਦਾ ਕਿ ਪਹਿਲਾ ਸ਼ਹੀਦ ਕੌਣ ਸੀ, ਤਾਂ ਇਸ ਵਿਦਰੋਹ ਦਾ ਪਹਿਲਾ ਸ਼ਹੀਦ ਮੰਨਿਆ ਗਿਆ ਜੀ ਮੰਗਲ ਪਾਂਡੇ ਨੂੰ। ਨੈਕਸਟ ਕੁਐਸਚਨ ਹੁੰਦਾ ਜੀ, ਮੰਗਲ ਪਾਂਡੇ ਕਿਸ ਰੈਜੀਮੈਂਟ ਨਾਲ ਸੰਬੰਧ ਰੱਖਦੇ ਸੀ? ਤਾਂ ਇਹਨਾਂ ਦੀ ਰੈਜੀਮੈਂਟ ਦਾ ਨਾਮ ਸੀਗਾ ਜੀ 34 ਨੇਟਿਵ ਇਨਫੈਂਟਰੀ। ਤਾਂ ਮਾਰਚ 29 1857 ਨੂੰ ਇੱਕ ਭਾਰਤੀ ਮੂਲ ਦੇ ਫੌਜੀ ਜਿਸ ਦਾ ਨਾਮ ਮੰਗਲ ਪਾਂਡੇ ਸੀ, ਉਹਨੇ ਕੀ ਕੀਤਾ, 34 ਨੇਟਿਵ ਇਨਫੈਂਟਰੀ ਨਾਲ ਸੰਬੰਧ ਰੱਖਦਾ ਸੀ, ਆਪਣੇ ਮੇਜਰ ਨੂੰ ਗੋਲੀ ਨਾਲ ਮਾਰ ਦਿੱਤਾ। ਤਾਂ ਇਸ ਅੰਦੋਲਨ ਦੀ ਪਹਿਲੀ ਵੱਡੀ ਘਟਨਾ ਸੀ, ਜਿਸ ਨੂੰ ਬਾਅਦ ਦੇ ਵਿੱਚ ਮੰਗਲ ਪਾਂਡੇ ਨੂੰ ਫਾਂਸੀ ਵੀ ਦੇ ਦਿੱਤੀ ਜਾਂਦੀ ਹੈ। ਇਹਨਾਂ 'ਤੇ ਇੱਕ ਮੂਵੀ ਵੀ ਬਣਾਈ ਹੈ ਅਮੀਰ ਖਾਨ ਨੇ ਮੰਗਲ ਪਾਂਡੇ ਦੇ ਨਾਮ 'ਤੇ। ਤਾਂ ਇਹ ਪਹਿਲੀ ਵੱਡੀ ਘਟਨਾ ਸੀ, ਇਹਨਾਂ ਨੂੰ ਪਹਿਲਾ ਸ਼ਹੀਦ ਵੀ ਕਿਹਾ ਜਾਂਦਾ 1857 ਦੇ ਵਿਦਰੋਹ ਦਾ। ਦੂਜੀ ਵੱਡੀ ਘਟਨਾ ਕੀ ਹੁੰਦੀ ਹੈ ਜੀ, ਜਦੋਂ ਇੱਕ ਵਾਰ ਵਿਦਰੋਹ ਭੜਕ ਪੈਂਦਾ ਤਾਂ 10 ਮਈ 1857 ਨੂੰ ਮੇਰਠ ਤੋਂ ਫੌਜੀਆਂ ਨੇ ਚਰਬੀ ਵਾਲੇ ਕਾਰਤੂਸ ਵਰਤਣ ਤੋਂ ਇਨਕਾਰ ਕਰ ਦਿੰਦੇ ਆ ਅਤੇ ਵਿਦਰੋਹ ਕਰ ਦਿੰਦੇ ਆ। ਅਤੇ ਵਿਦਰੋਹ ਕਰਕੇ ਉਹ ਸਾਰੇ ਇਕੱਠੇ ਹੋ ਕੇ ਦਿੱਲੀ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੰਦੇ ਆ। ਇਹਨਾਂ ਨੇ ਮਾਰੋ ਫਰੰਗੀ ਦਾ ਨਾਅਰਾ ਵੀ ਲਾਉਂਦੇ ਆ। ਇਹ ਵੀ ਪੇਪਰ 'ਚ ਕਈ ਵਾਰੀ ਪੁੱਛਿਆ ਗਿਆ ਕੁਐਸਚਨ ਕਿ ਮੇਰਠ ਤੋਂ ਜੋ ਫੌਜੀ ਵਿਦਰੋਹ ਹੋਇਆ ਸੀ ਤਾਂ ਉਸ ਸਮੇਂ ਕਿਹੜਾ ਨਾਅਰਾ ਦਿੱਤਾ ਗਿਆ ਸੀ? ਤਾਂ ਮਾਰੋ ਫਰੰਗੀ ਦਾ ਇਹਨਾਂ ਨੇ ਨਾਅਰਾ ਦਿੱਤਾ ਅਤੇ ਜੇਲ੍ਹਾਂ ਤੋੜ ਕੇ ਕਈ ਲੋਕਾਂ ਨੂੰ ਉਹਦੇ ਵਿੱਚੋਂ ਰਿਹਾ ਵੀ ਕਰਵਾਇਆ। ਜਦੋਂ ਮੇਰਠ ਤੋਂ ਜੋ ਫੌਜੀ ਚੱਲਦੇ ਅਗਲੇ ਦਿਨ ਦਿੱਲੀ ਪਹੁੰਚ ਜਾਂਦੇ ਆ ਤਾਂ ਦਿੱਲੀ ਜੋ ਬਹਾਦਰ ਸ਼ਾਹ, ਜੋ ਅੰਗਰੇਜ਼ਾਂ ਦੇ ਹੀ ਮੁਗਲਾਂ ਦੇ ਹੀ ਅੱਗੇ ਤੁਸੀਂ ਵੰਸ਼ਕ ਕਹਿ ਸਕਦੇ ਹੋ ਸੀ, ਤਾਂ ਬਹਾਦਰ ਸ਼ਾਹ ਦੂਜਾ ਨੂੰ ਇਹਨਾਂ ਨੇ ਆਪਣਾ ਤੇ ਹਿੰਦੁਸਤਾਨ ਦਾ ਸ਼ਹਿਨਸ਼ਾਹ ਐਲਾਨ ਕਰ ਦਿੰਦੇ ਇਹ ਮਿਲ ਕੇ। ਤਾਂ ਇਹ ਕੁਐਸਚਨ ਪੇਪਰ ਦੇ ਵਿੱਚ ਕਾਫੀ ਵਾਰੀ ਆਇਆ ਹੋਇਆ ਕਿ ਦਿੱਲੀ ਵਿੱਚ 1857 ਦੇ ਵਿਦਰੋਹ ਵਿੱਚ ਕਿਸ ਨੂੰ ਸ਼ਹਿਨਸ਼ਾਹ ਹਿੰਦੁਸਤਾਨ ਐਲਾਨਿਆ ਗਿਆ ਸੀ? ਤਾਂ ਉਹਨਾਂ ਦਾ ਨਾਮ ਸੀ ਬਹਾਦਰ ਸ਼ਾਹ ਜ਼ਫਰ ਸੈਕਿੰਡ। ਤਾਂ ਬਹਾਦਰ ਸ਼ਾਹ ਜ਼ਫਰ ਸੈਕਿੰਡ ਨੂੰ ਇਹਨਾਂ ਦੁਆਰਾ ਐਲਾਨ ਦਿੱਤਾ ਜਾਂਦਾ ਸ਼ਹਿਨਸ਼ਾਹ ਹਿੰਦੁਸਤਾਨ। ਉਸ ਤੋਂ ਬਾਅਦ ਨੈਕਸਟ ਐਗਜ਼ਾਮਸ ਦੇ ਵਿੱਚ ਪੁੱਛੇ ਜਾਂਦੇ ਵਿਦਰੋਹ ਦੇ ਨੇਤਾ, ਜਾਣੀ ਕਿ ਇਹ ਅੰਦੋਲਨ ਕਈ ਜਗ੍ਹਾ 'ਤੇ ਹੋਇਆ ਸੀ ਅਤੇ ਹਰੇਕ ਜਗ੍ਹਾ 'ਤੇ ਇਸ ਅੰਦੋਲਨ ਦੇ ਅਲੱਗ ਨੇਤਾ ਸੀ। ਦਿੱਲੀ ਵਿੱਚ ਬਹਾਦਰ ਸ਼ਾਹ ਦੋ, ਉਹੀ ਅਸੀਂ ਪੜ੍ਹਿਆ ਜਿਨ੍ਹਾਂ ਨੂੰ ਐਲਾਨ ਦਿੱਤਾ ਸੀ ਉਹਨਾਂ ਨੇ ਸ਼ਹਿਨਸ਼ਾਹ ਹਿੰਦੁਸਤਾਨ, ਅਤੇ ਜਨਰਲ ਬਖਤ ਖਾਨ। ਕਾਨਪੁਰ ਦੇ ਵਿੱਚ ਨਾਨਾ ਸਾਹਿਬ ਬਹੁਤ ਫੇਮਸ ਨੇ, ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਇਹ ਅਡੋਪਟਡ ਸਨ ਸੀਗੇ ਬਾਜੀ ਰਾਓ 2 ਦੇ। ਇਹ ਵੀ ਕੁਐਸਚਨ ਆਉਂਦਾ ਕਿ ਨਾਨਾ ਸਾਹਿਬ ਕਿਹਨਾਂ ਦੇ ਅਡੋਪਟਡ ਸਨ ਸੀ? ਬਾਜੀ ਰਾਓ 2 ਦੇ, ਤਾਂਤੀਆ ਟੋਪੇ ਅਤੇ ਅਜ਼ਮੁੱਲਾ ਖਾਨ। ਥਰਡ ਹੈ ਜੀ ਰਾਣੀ ਲక్ష్ਮੀ ਬਾਈ, ਜਿਨ੍ਹਾਂ ਨੂੰ ਝਾਂਸੀ ਦੀ ਰਾਣੀ ਵੀ ਕਿਹਾ ਜਾਂਦਾ। ਅਤੇ ਇਹਨਾਂ ਬਾਰੇ ਇੱਕ ਹੋਰ ਫੇਮਸ ਕੁਐਸਚਨ ਆਉਂਦਾ, ਇਹਨਾਂ ਦਾ ਬਚਪਨ ਦਾ ਨਾਮ ਕੀ ਸੀ? ਤਾਂ ਇਹਨਾਂ ਦਾ ਬਚਪਨ ਦਾ ਨਾਮ ਮਨੂ ਸੀ। ਤਾਂ ਰਾਣੀ ਲక్ష్ਮੀ ਬਾਈ ਝਾਂਸੀ ਤੋਂ ਇਹਨਾਂ ਦੀ ਲੀਡ ਕਰ ਸੀ 1857 ਦੇ ਵਿਦਰੋਹ ਨੂੰ। ਲਖਨਊ ਦੇ ਵਿੱਚ ਬੇਗਮ ਹਜ਼ਰਤ ਮਹਿਲ ਜ਼ਿਆਦਾ ਇੰਪੋਰਟੈਂਟ ਹੈ ਲਖਨਊ ਦੇ ਵਿੱਚ। ਉਸ ਤੋਂ ਬਾਅਦ ਫੈਜ਼ਾਬਾਦ ਦੇ ਵਿੱਚ ਮੌਲਵੀ ਅਹਿਮਦੁੱਲਾ, ਬਰੇਲੀ ਦੇ ਵਿੱਚ ਖਾਨ ਬਹਾਦਰ ਖਾਨ, ਬਿਹਾਰ ਅਰਹਾ ਉਦੋਂ ਨਾਮ ਸੀ ਬਿਹਾਰ ਦਾ, ਤਾਂ ਇੱਥੇ ਕੁਨਵਰ ਸਿੰਘ ਜੋ ਸਭ ਤੋਂ ਇੰਪੋਰਟੈਂਟ ਨੇ ਬਿਹਾਰ ਦੇ ਵਿੱਚ, ਅਤੇ ਜ਼ਮੀਂਦਾਰ ਆਫ ਜਗਦੀਸ਼ਪੁਰ। ਤਾਂ ਇਹ ਫੇਮਸ ਜੋ ਇਹਨਾਂ ਦੇ ਨੇਤਾ ਸੀ ਅਲੱਗ-ਅਲੱਗ ਜਗ੍ਹਾ 'ਚੋਂ, ਜੋ ਤੁਹਾਨੂੰ ਪਤਾ ਹੋਣੇ ਬਹੁਤ ਜ਼ਰੂਰੀ ਨੇ, ਐਗਜ਼ਾਮਸ ਦੇ ਵਿੱਚ ਕਾਫੀ ਵਾਰੀ ਪੁੱਛੇ ਗਏ ਨੇ। ਜਗ੍ਹਾ ਦਾ ਨਾਮ ਦੇ ਦਿੰਦੇ ਆ ਅਤੇ ਉੱਥੋਂ ਦੇ ਲੀਡਰ ਦਾ ਨਾਮ ਪੁੱਛੇ ਜਾਂਦੇ, ਜਾਂ ਲੀਡਰ ਦਾ ਨਾਮ ਦੇ ਕੇ ਪੁੱਛ ਲੈਂਦੇ ਕਿ ਇਹਨਾਂ ਨੇ ਕਿਸ ਜਗ੍ਹਾ ਤੋਂ ਵਿਦਰੋਹ ਕੀਤਾ ਸੀ। ਨੈਕਸਟ ਇੰਪੋਰਟੈਂਟ ਈਅਰ ਹੈ ਜੀ 1884। ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਜਾਂਦੀ ਹੈ A.O. ਹਿਊਮ ਦੁਆਰਾ। ਇਹ ਕਿਹਦੇ ਉਦੋਂ ਵਾਇਸਰੋਏ ਕੌਣ ਸੀ? ਉਦੋਂ ਵਾਇਸਰੋਏ ਸੀ ਲਾਰਡ ਡਫਰਿਨ। ਇਹ ਇੰਪੋਰਟੈਂਟ ਕੁਐਸਚਨ ਨੇ। ਇੰਡੀਅਨ ਨੈਸ਼ਨਲ ਕਾਂਗਰਸ ਯੂਨੀਅਨ ਦੀ ਸਥਾਪਨਾ 1884 ਵਿੱਚ A.O. ਹਿਊਮ ਦੁਆਰਾ ਕੀਤੀ ਗਈ ਸੀ। ਪਹਿਲਾਂ ਇੰਡੀਅਨ ਨੈਸ਼ਨਲ ਯੂਨੀਅਨ ਦੀ ਸਥਾਪਨਾ ਹੁੰਦੀ ਹੈ, ਜਿਸ ਨੂੰ ਬਾਅਦ 'ਚ ਨੈਸ਼ਨਲ ਕਾਨਫਰੰਸ ਜੋ ਕਿ 1883 ਵਿੱਚ ਹੀ ਬਣ ਗਈ ਸੀ। ਇਹਨਾਂ ਦੋਨਾਂ ਨੂੰ ਜੋੜ ਕੇ 1885 ਦੇ ਵਿੱਚ ਇਹਦਾ ਨਾਮ ਨੈਸ਼ਨਲ ਕਾਂਗਰਸ ਰੱਖ ਦਿੱਤਾ ਜਾਂਦਾ। ਐਗਜ਼ਾਮਸ ਦੇ ਵਿੱਚ ਕੀ ਕੁਐਸਚਨ ਆਉਂਦੇ ਨੇ? ਕਾਂਗਰਸ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਫਸਟ ਕੁਐਸਚਨ ਹੈ A.O. ਹਿਊਮ ਦੁਆਰਾ। ਕਿਹੜੇ ਈਅਰ ਦੇ ਵਿੱਚ ਕੀਤੀ ਗਈ? 1884 ਦੇ ਵਿੱਚ। ਜਦੋਂ ਕਾਂਗਰਸ ਦੀ ਸਥਾਪਨਾ ਕੀਤੀ ਗਈ ਉਦੋਂ ਜਿਹੜੇ ਭਾਰਤ ਦੇ ਵਾਇਸਰੋਏ ਕੌਣ ਸੀ? ਲਾਰਡ ਡਫਰਿਨ। ਤਾਂ ਇਹ ਜੋ ਤਿੰਨ ਕੁਐਸਚਨ ਇਹ ਮੋਸਟ ਇੰਪੋਰਟੈਂਟ ਨੇ, ਜੋ ਬਹੁਤ ਐਗਜ਼ਾਮਸ ਦੇ ਵਿੱਚ ਰਿਪੀਟ ਹੋ ਚੁੱਕੇ ਆ।
ਨੈਕਸਟ ਈਅਰ ਹੈ ਜੋ ਇੰਪੋਰਟੈਂਟ ਹੈ ਜੀ 1905। ਤਾਂ 1905 ਇੱਕ ਬਹੁਤ ਇੰਪੋਰਟੈਂਟ ਈਅਰ ਹੈ ਇੰਡੀਅਨ ਹਿਸਟਰੀ ਨੂੰ ਇੱਕ ਰੱਖ ਕੇ ਇਸ ਤਰ੍ਹਾਂ, ਕਿਉਂਕਿ 1905 ਦੇ ਵਿੱਚ ਮੋਸਟ ਫੇਮਸ ਬੰਗਾਲ ਦੀ ਵੰਡ ਕੀਤੀ ਗਈ। ਤਾਂ ਬੰਗਾਲ ਦੀ ਵੰਡ ਕੀ ਸੀ? ਤਾਂ ਅੰਗਰੇਜ਼ਾਂ ਨੇ ਦੇਖਿਆ ਕਿ ਜਦੋਂ ਭਾਰਤੀ ਇਕੱਤਰ ਹੋ ਰਿਹਾ ਤੇ ਭਾਰਤੀਆਂ ਦਾ ਵਿਦਰੋਹ ਵੱਧ ਰਿਹਾ, ਤਾਂ ਉਹਨਾਂ ਨੇ ਇੱਕ ਨੀਤੀ ਅਪਣਾਈ, ਡਿਵਾਈਡ ਐਂਡ ਰੂਲ, ਜਿਸ ਨੂੰ ਫੁੱਟ ਪਾਓ ਰਾਜ ਕਰੋ ਨੀਤੀ ਵੀ ਕਿਹਾ ਜਾਂਦਾ ਹੈ। ਇਸ ਦੀ ਜੋ ਪਹਿਲੀ ਪ੍ਰੈਕਟੀਕਲ ਐਗਜ਼ਾਮਪਲ ਸੀ ਉਹ ਸੀ ਬੰਗਾਲ ਦੀ ਵੰਡ। ਤਾਂ 1905 ਦੇ ਵਿੱਚ ਬੰਗਾਲ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਇੱਕ ਹਿੱਸੇ ਦੇ ਵਿੱਚ ਉਹਨਾਂ ਲੋਕਾਂ ਨੂੰ ਰੱਖਿਆ ਜਾਂਦਾ ਜਿਹੜੇ ਪਾਸੇ ਮੁਸਲਮਾਨ ਦੀ ਬਹੁਤਾਤ ਹੈ ਉਹਨੂੰ ਅਲੱਗ ਕਰ ਦਿੱਤਾ ਜਾਂਦਾ, ਤੇ ਜਿਹਦੇ ਪਾਸੇ ਹਿੰਦੂ ਲੋਕ ਜ਼ਿਆਦਾ ਰਹਿੰਦੇ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ। ਇਸ ਤਰ੍ਹਾਂ ਦੋ ਹਿੱਸਿਆਂ ਦੇ ਵਿੱਚ ਬੰਗਾਲ ਨੂੰ ਵੰਡ ਦਿੱਤਾ ਜਾਂਦਾ। ਤਾਂ ਇਹਦੇ ਬਾਰੇ ਇੰਪੋਰਟੈਂਟ ਕੁਐਸਚਨਸ ਕੀ ਹੁੰਦੇ ਨੇ ਕਿ ਬੰਗਾਲ ਦੀ ਵੰਡ ਕਿਹਦੇ ਦੁਆਰਾ ਕੀਤੀ ਗਈ, ਕਿਹੜੇ ਵਾਇਸਰੋਏ ਸੀ? ਲਾਰਡ ਕਰਜ਼ਨ ਦੁਆਰਾ। ਡੇਟ ਕੀ ਹੈ ਜੀ? 16 ਅਕਤੂਬਰ 1905। ਇਹਦੇ ਵਿੱਚ ਇੱਕ ਤਰਫ ਹਿੰਦੂਆਂ ਦੀ ਗਿਣਤੀ ਵੱਧ ਸੀ ਤੇ ਦੂਸਰੇ ਹਿੱਸੇ ਵਿੱਚ ਮੁਸਲਮਾਨਾਂ ਦੀ ਗਿਣਤੀ ਵੱਧ ਸੀ। ਤਾਂ ਅੰਗਰੇਜ਼ਾਂ ਨੇ ਇਹ ਤਾਂ ਬਹਾਨਾ ਕੀ ਲਾਇਆ, ਇਹਨਾਂ ਨੇ ਕਿਹਾ ਕਿ ਬੰਗਾਲ ਦਾ ਜੋ ਸਾਈਜ਼ ਬਹੁਤ ਵੱਡਾ ਹੈ ਤੇ ਸਾਨੂੰ ਐਡਮਿਨਿਸਟ੍ਰੇਸ਼ਨ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਪਰ ਇਹਦਾ ਮੁੱਖ ਉਦੇਸ਼ ਕੀ ਸੀ? ਮੁਸਲਮਾਨਾਂ ਅਤੇ ਹਿੰਦੂਆਂ ਦੇ ਵਿੱਚ ਧਰਮ ਦੇ ਨਾਂ 'ਤੇ ਨਫ਼ਰਤ ਪੈਦਾ ਕਰਨਾ ਤੇ ਵੰਡੋ ਅਤੇ ਰਾਜ ਕਰੋ ਦੀ ਨੀਤੀ ਦਾ ਇੱਕ ਹਿੱਸਾ ਸੀ। ਤਾਂ ਇਹਦੇ 'ਚ 1905 ਯਾਦ ਰੱਖਣਾ ਜੀ, ਤੇ ਲਾਰਡ ਕਰਜ਼ਨ ਦਾ ਨਾਮ ਯਾਦ ਰੱਖਣਾ ਹੈ ਬੰਗਾਲ ਦੀ ਵੰਡ ਦੇ ਨਾਲ। ਜੋ ਨੈਕਸਟ ਈਅਰ ਇੰਪੋਰਟੈਂਟ ਹੈ ਉਹ ਹੈ ਜੀ 1911। ਤਾਂ ਅਸੀਂ ਪੜ੍ਹਿਆ ਕਿ 1905 ਦੇ ਵਿੱਚ ਲਾਰਡ ਕਰਜ਼ਨ ਦੁਆਰਾ ਬੰਗਾਲ ਦੀ ਵੰਡ ਕਰ ਦਿੱਤੀ ਗਈ ਸੀ। ਉਸ ਦੇ ਬਾਅਦ ਕਾਫੀ ਇਸ ਦਾ ਵਿਦਰੋਹ ਹੁੰਦਾ, ਇੱਕ ਲਹਿਰ ਚੱਲਦੀ ਹੈ, ਸਵਦੇਸ਼ੀ ਲਹਿਰ, ਜਗ੍ਹਾ ਜਗ੍ਹਾ ਇਹਦੇ ਖਿਲਾਫ ਅੰਦੋਲਨ ਹੁੰਦਾ। ਤਾਂ ਹਾਰ ਕੇ ਜੋ ਅੰਗਰੇਜ਼ ਆ ਉਹ ਝੁਕ ਜਾਂਦੇ ਤੇ ਬੰਗਾਲ ਦੀ ਵੰਡ ਨੂੰ ਰੱਦ ਕਰ ਦਿੰਦੇ। ਕਿਹੜੀ ਈਅਰ ਦੇ ਵਿੱਚ ਰੱਦ ਕਰਦੇ ਆ? 1911। 1905 ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ ਤੇ 1911 ਦੇ ਵਿੱਚ ਇਸ ਨੂੰ ਰੱਦ ਕਰ ਦਿੱਤਾ ਜਾਂਦਾ। ਸੈਕਿੰਡ ਇੰਪੋਰਟੈਂਟ ਕੁਐਸਚਨ ਹੈ ਕਿ ਜੋ ਭਾਰਤ ਦੀ ਰਾਜਧਾਨੀ ਪਹਿਲਾਂ ਕਲਕੱਤਾ ਸੀ ਉਸ ਨੂੰ ਬਦਲ ਕੇ ਦਿੱਲੀ ਕਰ ਦਿੱਤਾ ਜਾਂਦਾ। ਇਹ ਕੁਐਸਚਨ ਐਗਜ਼ਾਮਸ ਦੇ ਵਿੱਚ ਕਾਫੀ ਵਾਰੀ ਰਿਪੀਟ ਹੋਇਆ ਕਿ ਦਿੱਲੀ ਤੋਂ ਪਹਿਲਾਂ ਜਿਹੜੀ ਹੈ ਭਾਰਤ ਦੀ ਰਾਜਧਾਨੀ ਕੀ ਸੀ? ਤਾਂ ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਸੀ ਕਲਕੱਤਾ, ਤੇ 1911 ਦੇ ਵਿੱਚ ਕਲਕੱਤਾ ਨੂੰ ਬਦਲ ਕੇ ਦਿੱਲੀ ਕਰ ਦਿੱਤਾ ਜਾਂਦਾ 1911 ਦੇ ਵਿੱਚ, ਤੇ ਉਸ ਤੋਂ ਬਾਅਦ ਅੱਜ ਦੇ ਸਮੇਂ ਤੱਕ ਵੀ ਜੋ ਹੈ ਆਪਣੇ ਭਾਰਤ ਦੀ ਰਾਜਧਾਨੀ ਉਹ ਦਿੱਲੀ ਹੈ। ਨੈਕਸਟ ਈਅਰ ਇੰਪੋਰਟੈਂਟ ਹੈ ਜੀ 1913। ਤਾਂ 1913 ਦੇ ਵਿੱਚ ਕੀ ਇੰਪੋਰਟੈਂਟ ਹੈ? 1913 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੁੰਦੀ ਹੈ। ਤਾਂ ਗਦਰ ਪਾਰਟੀ ਦੇ ਨਾਲ ਜੋ ਐਸੋਸੀਏਟਡ ਮੇਨ ਜੋ ਚਿਹਰੇ ਨੇ ਉਹਨਾਂ ਦਾ ਨਾਮ ਕੀ ਹੈ? ਇਹ ਪੀਪੀਐਸਸੀ ਦਾ ਫੇਵਰੇਟ ਕੁਐਸਚਨ ਹੈ। ਪੀਪੀਐਸਸੀ ਬਹੁਤ ਵਾਰੀ ਪੁੱਛਦੀ ਹੈ ਕਿ ਲਾਲਾ ਹਰਦਿਆਲ ਦਾ ਨਾਂ ਲਿਖ ਦੇਣਗੇ ਜਾਂ ਤਾਰਕ ਨਾਥ ਜੀ ਦਾ ਨਾਂ ਲਿਖ ਦੇਣਗੇ ਜਾਂ ਸੋਹਣ ਸਿੰਘ ਭਕਨਾ। ਤਾਂ ਇਹਨਾਂ ਬਾਰੇ ਪੁੱਛਦੇ ਕਿ ਕਿਸ ਪਾਰਟੀ ਨੂੰ ਸੰਬੰਧ ਰੱਖਦੇ ਸੀ। ਇੱਕ ਹੋਰ ਇੰਪੋਰਟੈਂਟ ਨੇ ਕਰਤਾਰ ਸਿੰਘ ਸਰਾਭਾ। ਤਾਂ ਇਹ ਚਾਰ ਇੰਪੋਰਟੈਂਟ ਲੀਡਰ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਸੀ? ਇਹ ਸੰਬੰਧ ਰੱਖਦੇ ਸੀ ਗਦਰ ਪਾਰਟੀ ਨਾਲ। ਫਸਟ ਕੁਐਸਚਨ ਇਹ ਆਉਂਦਾ। ਸੈਕਿੰਡ ਕੁਐਸਚਨ, ਗਦਰ ਪਾਰਟੀ ਦੀ ਸਥਾਪਨਾ ਕਿਹੜੇ ਈਅਰ ਦੇ ਵਿੱਚ ਹੋਈ? 1913 ਦੇ ਵਿੱਚ। ਹੋਰ ਇੰਪੋਰਟੈਂਟ ਕੁਐਸਚਨ ਹੈ ਕਿ ਇਸ ਦਾ ਹੈੱਡਕੁਆਟਰ ਕਿੱਥੇ ਸੀ? ਸੈਨ ਫਰਾਂਸਿਸਕੋ ਦੇ ਵਿੱਚ ਇਸ ਦਾ ਹੈੱਡਕੁਆਟਰ ਸੀ। ਤਾਂ ਇਸ ਪਾਰਟੀ ਨੇ ਕੀ ਕੀਤਾ ਕਿ ਭਾਰਤ ਦੇ ਨਾਲ ਦੂਜੇ ਦੇਸ਼ਾਂ ਦੇ ਵਿੱਚ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ ਤੇ ਅੰਗਰੇਜ਼ਾਂ 'ਤੇ ਪ੍ਰੈਸ਼ਰ ਪਾਇਆ ਜਾਵੇ। ਉਸ ਤੋਂ ਇਲਾਵਾ ਗਦਰ ਪਾਰਟੀ ਇੱਕ ਸਪਤਾਹਿਕ ਹਫ਼ਤਾਵਾਰੀ ਅਖਬਾਰ ਛਾਪਦੀ ਸੀ ਜਿਹਦਾ ਨਾਮ ਸੀ ਦਾ ਗਦਰ। ਤਾਂ ਦਾ ਗਦਰ ਛਾਪਿਆ ਜਾਂਦਾ ਸੀ। ਇਹ ਵੀ ਕੁਐਸਚਨ ਹੁੰਦਾ ਕਿ ਦਾ ਗਦਰ ਕਿਸ ਪਾਰਟੀ ਵੱਲੋਂ ਛਾਪਿਆ ਜਾਂਦਾ ਸੀ? ਤਾਂ ਇਸ ਦਾ ਨਾਅਰਾ ਕੀ ਸੀ? ਅੰਗਰੇਜ਼ੀ ਰਾਜ ਦਾ ਦੁਸ਼ਮਣ। ਇਸ ਦਾ ਨਾਮ ਸੀ ਅੰਗਰੇਜ਼ੀ ਰਾਜ ਦਾ ਦੁਸ਼ਮਣ। ਇਸ ਤੋਂ ਇਲਾਵਾ ਇਸ ਪਾਰਟੀ ਨੇ ਆਪਦੇ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵੈਂਕੂਵਰ ਵਿੱਚ ਇੱਕ ਸਵਦੇਸ਼ ਸੇਵਕ ਹੋਮ ਬਣਾਇਆ ਸੀ। ਤਾਂ ਇਹ ਕੁਐਸਚਨ ਆ ਜਾਂਦਾ ਕਿ ਗਦਰ ਪਾਰਟੀ ਦਾ ਸਵਦੇਸ਼ ਸੇਵਕ ਹੋਮ ਕਿੱਥੇ ਸਥਿਤ ਸੀ? ਤਾਂ ਇਹ ਵੈਨਕੂਵਰ ਵਿਖੇ ਸਥਿਤ ਸੀ। ਤਾਂ ਗਦਰ ਪਾਰਟੀ ਨਾਲ ਇੰਪੋਰਟੈਂਟ ਜਿੰਨੇ ਵੀ ਕੁਐਸਚਨ ਨੇ ਉਹ ਸਾਰੇ ਤੁਹਾਨੂੰ ਇਸ ਸਲਾਈਡ ਦੇ ਵਿੱਚ ਲਿਖੇ ਮਿਲ ਜਾਣਗੇ, ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ। ਨੈਕਸਟ ਹੈ ਜੀ 1914। ਤਾਂ 1914 ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਹੋਰ ਘਟਨਾ ਹੁੰਦੀ ਹੈ, ਕਾਮਾਗਾਟਾ ਮਾਰੂ ਦੀ ਘਟਨਾ। ਕਾਮਾਗਾਟੂ ਮਾਰੂ ਕੀ ਸੀ? ਕਾਮਾਗਾਟਾ ਮਾਰੂ ਇੱਕ ਜਾਪਾਨੀ ਜਹਾਜ਼ ਸੀ। ਇਹ ਵੀ ਪਹਿਲਾਂ ਇਹੀ ਇੰਪੋਰਟੈਂਟ ਕੁਐਸਚਨ ਹੈ ਕਿ ਕਾਮਾਗਾਟੂ ਮਾਰੂ ਕੀ ਸੀ? ਇਹ ਇੱਕ ਜਾਪਾਨੀ ਜਹਾਜ਼ ਸੀ ਜਿਹਨੂੰ ਕੀ ਹੈ ਬਾਬਾ ਗੁਰਦਿੱਤ ਸਿੰਘ ਜੀ ਕਿਰਾਏ 'ਤੇ ਲੈਂਦੇ ਆ, ਅਤੇ ਉਹਨਾਂ ਦਾ ਉਦੇਸ਼ ਕੀ ਸੀ ਕਿਰਾਏ 'ਤੇ ਲੈਣ ਦਾ? ਕਿ ਪੰਜਾਬ ਦੇ ਜਿਹੜੇ ਸਿੱਖ ਅਤੇ ਮੁਸਲਮਾਨ ਵਿਅਕਤੀ ਆ ਜੋ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਲੈ ਕੇ ਜਾਣਾ ਕੈਨੇਡਾ। ਤਾਂ ਉਹਦੇ ਵਾਸਤੇ ਇੱਕ ਜਾਪਾਨੀ ਜਹਾਜ਼ ਲੈਂਦੇ ਅਤੇ ਉਹਦਾ ਨਾਮ ਬਦਲ ਕੇ ਉਹ ਗੁਰੂ ਨਾਨਕ ਦੇਵ ਜਹਾਜ਼ ਰੱਖ ਦਿੰਦੇ ਨੇ। ਇਹ ਵੀ ਬਹੁਤ ਵਾਰੀ ਆਇਆ ਐਗਜ਼ਾਮਸ ਦੇ ਵਿੱਚ ਕਿ ਕਾਮਾਗਾਟਾ ਮਾਰੂ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ। ਪਰ ਜਦੋਂ ਇਹ ਜਹਾਜ਼ ਦੇ ਉੱਪਰ ਸਵਾਰ ਹੋ ਕੇ ਕੈਨੇਡਾ ਪਹੁੰਚਦੇ ਨੇ ਤਾਂ ਉੱਥੋਂ ਦੀ ਸਰਕਾਰ ਜਿਹੜੇ ਜਹਾਜ਼ ਦੇ ਵਿਚਲੇ ਯਾਤਰੀਆਂ ਨੂੰ ਕੈਨੇਡਾ ਉਤਰਨ ਨਹੀਂ ਦਿੰਦੀ, ਤਾਂ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਂਦਾ। ਕਾਫੀ ਦੇਰ ਉੱਥੇ ਵੇਟ ਕਰਦੇ ਨੇ। ਜਦੋਂ ਇਹ ਭੁੱਖੇ ਵਾਪਸ ਆਉਂਦੇ ਨੇ ਤਾਂ ਕੁਝ ਲੋਕ ਉਦੋਂ ਹੀ ਮਰ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਇਹ ਕਲਕੱਤਾ ਦੀ ਬੰਦਰਗਾਹ 'ਤੇ ਪਹੁੰਚਦੇ ਆ ਤਾਂ ਉਸ ਦੇ ਬਾਅਦ ਕੀ ਹੈ ਜੋ ਅੰਗਰੇਜ਼ਾਂ ਦੀ ਫੌਜ ਆ, ਅੰਗਰੇਜ਼ਾਂ ਦੀ ਜੋ ਪੁਲਿਸ ਹੈ ਉਹ ਇਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਸ ਕਾਰਨ ਕਿ ਉੱਥੇ ਭਗਦੜ ਮੱਚ ਜਾਂਦੀ ਹੈ ਅਤੇ 19 ਲੋਕਾਂ ਦੀ ਉੱਥੇ ਮੌਤ ਹੋ ਜਾਂਦੀ ਹੈ। ਤਾਂ ਇਸ ਘਟਨਾ ਨੂੰ ਕਹਿੰਦੇ ਆ ਜੀ ਕਾਮਾਗਾਟਾ ਮਾਰੂ ਦੀ ਘਟਨਾ। ਇਹਦਾ ਈਅਰ ਯਾਦ ਰੱਖਣਾ 1914। ਇੱਕ ਯਾਦ ਰੱਖਣਾ ਕਿ ਉਸ ਜਹਾਜ਼ ਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਨਾਮ ਜਹਾਜ਼ ਰੱਖਤਾ ਸੀ। ਸੈਕਿੰਡ ਹੈ ਕਿ ਬਾਬਾ ਗੁਰਦਿੱਤ ਸਿੰਘ ਜੀ ਦਾ ਨਾਮ ਯਾਦ ਰੱਖਣਾ ਜਿਹੜੇ ਇਹਦੇ ਨਾਲ ਐਸੋਸੀਏਟਡ ਸੀ। ਜਾਣਾ ਕਿਤੇ ਸੀ ਜਹਾਜ਼ ਨੇ? ਕੈਨੇਡਾ ਦੇ ਵਿੱਚ। ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਕੈਨੇਡਾ ਦੀ ਜੋ ਸਰਕਾਰ ਨੇ
ਇਸ ਇੰਸੀਡੈਂਸ ਦੇ ਰਿਗਾਰਡਿੰਗ ਆਪਦੇ ਓਫੀਸ਼ੀਅਲ ਮਾਫੀ ਵੀ ਮੰਗੀ ਸੀ। ਨੈਕਸਟ ਇੰਪੋਰਟੈਂਟ ਈਅਰ ਹੈ ਜੀ 1915। 1915 ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਸ ਈਅਰ ਨੂੰ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਸਾਊਥ ਅਫਰੀਕਾ ਤੋਂ ਵਾਪਸ ਇੰਡੀਆ ਆਉਂਦੇ ਆ, ਜੋ ਕਿ ਅੱਗੇ ਜਾ ਕੇ ਬੜੀ ਅਹਿਮ ਭੂਮਿਕਾ ਨਿਭਾਉਣਗੇ ਭਾਰਤ ਦੀ ਆਜ਼ਾਦੀ ਦੇ ਵਿੱਚ। ਤਾਂ ਇਹਦੇ ਵਿੱਚ ਕੀ ਕੁਐਸਚਨਸ ਆਉਂਦੇ ਨੇ? ਇੱਕ ਤਾਂ ਈਅਰ ਦੇ ਨਾਲ ਤੁਸੀਂ ਡੇਟ ਵੀ ਯਾਦ ਰੱਖਣੀ ਹੈ। ਡੇਟ ਕਿਉਂ ਯਾਦ ਰੱਖਣੀ ਹੈ? ਕਿਉਂਕਿ ਹੁਣ ਵੀ 9 ਫਰਵਰੀ 1915 ਨੂੰ NRI ਡੇ ਮਨਾਇਆ ਜਾਂਦਾ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ 9 ਜਨਵਰੀ ਨੂੰ ਆਏ ਸਾਲ। ਤਾਂ 19 ਕਿਉਂ ਮਨਾਇਆ ਜਾਂਦਾ? ਕਿਉਂਕਿ 9 ਜਨਵਰੀ 1915 ਨੂੰ ਗਾਂਧੀ ਜੀ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਉਂਦੇ ਨੇ। ਤਾਂ ਇਹ ਇੱਕ ਇਹ ਕੁਐਸਚਨ ਹੁੰਦਾ ਕਿ ਜਦੋਂ ਗਾਂਧੀ ਜੀ ਭਾਰਤ ਵਾਪਸ ਆਏ ਉਦੋਂ ਭਾਰਤ ਦੇ ਵਾਇਸਰਾਏ ਕੌਣ ਸਨ? ਤਾਂ ਲਾਰਡ ਹਾਰਡਿੰਗ ਸੈਕਿੰਡ ਭਾਰਤ ਦੇ ਵਾਇਸਰਾਏ ਸਨ। ਨੈਕਸਟ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਗਾਂਧੀ ਜੀ ਨੂੰ ਲੈ ਕੇ ਕੌਣ ਆਏ ਇੰਡੀਆ ਵਾਪਸ? ਤਾਂ ਗਾਂਧੀ ਜੀ ਨੂੰ ਕਨਵਿੰਸ ਕਰਕੇ ਲੈ ਕੇ ਆਉਂਦੇ ਨੇ ਗੋਪਾਲ ਕ੍ਰਿਸ਼ਨ ਗੋਖਲੇ, ਤਾਂ ਕਰਕੇ ਇਹਨਾਂ ਨੂੰ ਰਾਜਨੀਤਿਕ ਗੁਰੂ ਵੀ ਕਿਹਾ ਜਾਂਦਾ। ਕੁਐਸਚਨਸ ਰਿਪੀਟ ਕਰ ਦਿੰਦਾ ਜੀ। ਇੱਕ ਆਉਂਦਾ ਜੀ ਗਾਂਧੀ ਜੀ ਕਿਹੜੀ ਈਅਰ ਦੇ ਵਿੱਚ ਵਾਪਸ ਆਏ? ਤਾਂ ਈਅਰ ਇੰਪੋਰਟੈਂਟ ਹੈ। ਸੈਕਿੰਡ, ਕਿਹੜੀ ਡੇਟ ਨੂੰ ਵਾਪਸ ਆਏ? 9 ਜਨਵਰੀ ਨੂੰ NRI ਡੇ ਹੁਣ ਵੀ ਮਨਾਇਆ ਜਾਂਦਾ। ਕਿਹੜੇ ਵਾਇਸਰੋਏ ਦੇ ਸਮੇਂ ਆਏ? ਲਾਰਡ ਹਾਰਡਿੰਗ ਦੇ ਸਮੇਂ। ਤੇ ਇਹਨਾਂ ਨੂੰ ਲੈ ਕੇ ਕੌਣ ਆਇਆ? ਗੋਪਾਲ ਕ੍ਰਿਸ਼ਨ ਗੋਖਲੇ। ਤੇ ਇਹ ਕੁਐਸਚਨ ਪਤਾ ਨਹੀਂ ਕਿੰਨੀ ਵਾਰੀ ਰਿਪੀਟ ਹੋ ਚੁੱਕਿਆ ਕਿ ਗਾਂਧੀ ਜੀ ਦੇ ਪੋਲੀਟੀਕਲ ਗੁਰੂ, ਰਾਜਨੀਤਿਕ ਗੁਰੂ ਕੌਣ ਸਨ? ਗੋਪਾਲ ਕ੍ਰਿਸ਼ਨ ਗੋਖਲੇ। ਨੈਕਸਟ ਕੁਐਸਚਨ, ਨੈਕਸਟ ਈਅਰ ਜੋ ਇੰਪੋਰਟੈਂਟ ਹੈ ਜੀ ਉਹ ਹੈ 1916। ਤਾਂ 1916 ਕਿਉਂ ਇੰਪੋਰਟੈਂਟ ਹੈ? ਕਿਉਂਕਿ 1916 ਦੇ ਵਿੱਚ ਜੋ ਬਾਲ ਗੰਗਾਧਰ ਤਿਲਕ ਨੇ, ਬਾਲ ਗੰਗਾਧਰ ਤਿਲਕ ਮੈਂਡਲੇ ਵਿੱਚੋਂ 6 ਸਾਲ ਦੀ ਸਜ਼ਾ ਕੱਟ ਕੇ ਵਾਪਸ ਆਉਂਦੇ ਨੇ। ਬਾਲ ਗੰਗਾਧਰ ਤਿਲਕ ਦਾ ਇਹੀ ਇੰਪੋਰਟੈਂਟ ਕੁਐਸਚਨ ਹੈ ਕਿ ਕਿੱਥੋਂ ਜੇਲ੍ਹ ਕੱਟ ਕੇ ਆਏ ਸੀ। ਬਹੁਤ ਵਾਰੀ ਕੁਐਸਚਨ ਆ ਚੁੱਕਿਆ। ਤਾਂ ਇਹ ਮੈਂਡਲੇ 'ਚੋਂ ਜੇਲ੍ਹ ਕੱਟ ਕੇ ਆਏ ਸੀ 6 ਸਾਲ ਦੀ ਸਜ਼ਾ। ਤਾਂ ਇਹ ਆਉਂਦੇ ਹੀ ਇੱਕ ਮੂਵਮੈਂਟ ਸ਼ੁਰੂ ਕਰਦੇ ਆ ਜਿਸ ਨੂੰ ਕੀ ਕਿਹਾ ਜਾਂਦਾ? ਹੋਮ ਰੂਲ ਮੂਵਮੈਂਟ। ਤਾਂ ਐਗਜ਼ਾਮਸ ਦੇ ਵਿੱਚ ਇਹ ਵੀ ਕੁਐਸਚਨ ਬਹੁਤ ਵਾਰੀ ਹੈ ਕਿ ਹੋਮ ਰੂਲ ਮੂਵਮੈਂਟ ਦਾ ਈਅਰ ਕਿੰਨਾ? 1916। ਕਿੰਨਾ ਦੁਆਰਾ ਸ਼ੁਰੂ ਕੀਤੀ ਗਈ? ਬਾਲ ਗੰਗਾਧਰ ਤਿਲਕ ਦੁਆਰਾ। ਕਿੱਥੇ ਸ਼ੁਰੂ ਕੀਤੀ ਗਈ? ਪੂਨਾ ਤੋਂ। ਤਾਂ ਪੂਨਾ ਮਹਾਰਾਸ਼ਟਰ ਵਿੱਚ ਸਥਿਤ ਹੈ। ਤਾਂ ਪੂਨਾ ਵਿੱਚੋਂ ਇਹ ਅੰਦੋਲਨ ਮਹਾਰਾਸ਼ਟਰ ਕਰਨਾਟਕਾ ਦੇ ਖੇਤਰ ਵਿੱਚ ਸਰਗਰਮ ਸੀ ਅਤੇ ਇਸ ਦੀ ਮੁੱਖ ਮੰਗ ਸੀ ਸਵਰਾਜ। ਤਾਂ ਇਹ ਵੀ ਕੁਐਸਚਨ ਹੁੰਦਾ ਕਿ ਹੋਮ ਰੂਲ ਮੂਵਮੈਂਟ ਦੀ ਮੁੱਖ ਮੰਗ ਕੀ ਸੀ? ਸਵਰਾਜ ਤੇ ਭਾਸ਼ਾ ਦੇ ਆਧਾਰ 'ਤੇ ਰਾਜਾਂ ਨੂੰ ਬਣਾਇਆ ਜਾਵੇ। ਖੇਤਰੀ ਭਾਸ਼ਾ ਵਿੱਚ ਸਿੱਖਿਆ ਨੂੰ ਮੁਹੱਈਆ ਕਰਵਾਇਆ ਜਾਵੇ, ਕਿਉਂਕਿ ਉਦੋਂ ਵੀ ਜ਼ਿਆਦਾ ਜੋ ਅੰਗਰੇਜ਼ ਇੰਗਲਿਸ਼ ਲੈਂਗੁਏਜ 'ਤੇ ਜ਼ੋਰ ਦੇ ਰਹੇ ਸੀ। ਇਸ ਦਾ ਮੁੱਖ ਨਾਅਰਾ ਬਹੁਤ ਇੰਪੋਰਟੈਂਟ ਹੈ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ। ਤੇ ਇਹ ਵੀ ਕੁਐਸਚਨ ਹੁੰਦਾ ਕਿ ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਇਹ ਕਿਹਨੇ ਨਾਅਰਾ ਦਿੱਤਾ? ਬਾਲ ਗੰਗਾਧਰ ਤਿਲਕ ਨੇ ਦਿੱਤਾ। ਇਹਦੇ ਦੌਰਾਨ 2 ਨਿਊਜ਼ਪੇਪਰ ਛਾਪੇ ਗਏ ਸੀ। ਇਹ ਬਹੁਤ ਵਾਰੀ ਪੁੱਛਿਆ ਗਿਆ ਨਿਊਜ਼ਪੇਪਰਾਂ ਦੇ ਨਾਮ, ਮਰਾਠਾ ਤੇ ਕੇਸਰੀ। ਇਹ ਤਾਂ ਸਿਰਫ ਕਰਨਾਟਕਾ ਤੇ ਮਹਾਰਾਸ਼ਟਰ ਵਿੱਚ ਇਸ ਦੀ ਅਗਵਾਈ ਕੌਣ ਕਰ ਰਹੇ ਸੀ? ਬਾਲ ਗੰਗਾਧਰ ਤਿਲਕ। ਬਾਕੀ ਦੇਸ਼ ਵਿੱਚ ਇਸ ਦੀ ਅਗਵਾਈ ਕਿਹਨੇ ਕੀਤੀ? ਬਾਕੀ ਦੇਸ਼ ਵਿੱਚ ਇਸ ਦੀ ਅਗਵਾਈ ਕੀਤੀ ਜੀ ਐਨੀ ਬੇਸੈਂਟ ਜੀ ਨੇ। ਤਾਂ ਦੋਨੋਂ ਨਾਮ ਇਹਦੇ ਨਾਲ ਐਸੋਸੀਏਟਡ ਨੇ। ਇੱਕ ਐਨੀ ਬੇਸੈਂਟ ਜੀ ਵੱਲੋਂ 2 ਅਖਬਾਰ ਛਾਪੇ ਗਏ ਜੀ, ਨਿਊ ਇੰਡੀਆ ਤੇ ਕਾਮਨਵੈਲਥ। ਇਹ ਅਖਬਾਰ ਬਿਲਕੁਲ ਯਾਦ ਰੱਖਣੇ ਆ। ਇੱਕ ਹੋਰ ਇੰਪੋਰਟੈਂਟ ਕੁਐਸਚਨ ਹੁੰਦਾ ਕਿ ਕਾਮਨਵੈਲਥ ਜੋ ਸ਼ਬਦ ਹੈ ਇਸ ਦੀ ਖੋਜ ਕਿਹਨੇ ਕੀਤੀ, ਜਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਟਰਮ ਕਿਹਨੇ ਕੋਇਨਡ ਕੀਤੀ। ਤਾਂ ਕੋਇਨਡ ਲਿਖਿਆ ਹੁੰਦਾ ਜੀ ਐਗਜ਼ਾਮ ਦੇ ਵਿੱਚ ਕਿ ਕਾਮਨਵੈਲਥ ਟਰਮ ਕਿਹਨੇ ਕੋਇਨਡ ਕੀਤੀ, ਤਾਂ ਉਹਦਾ ਰਾਈਟ ਆਊਗਾ ਐਨੀ ਬੇਸੈਂਟ। ਹੁਣ ਵੀ ਜਿਵੇਂ ਕਾਮਨਵੈਲਥ ਗੇਮਸ ਹੁੰਦੀਆਂ ਨੇ, ਤਾਂ ਇਹ ਕਾਮਨਵੈਲਥ ਕਿਹਨੇ ਟਰਮ ਕੋਇਨ ਕੀਤੀ ਹੈ? ਐਨੀ ਬੇਸੈਂਟ ਨੇ। ਤਾਂ ਇਹ ਹੋਮ ਰੂਲ ਮੂਵਮੈਂਟ ਦਾ ਸਾਰ ਸੀ। ਤੇ 1916 ਵਿੱਚ ਜੋ ਇੰਪੋਰਟੈਂਟ ਇੰਸੀਡੈਂਟਸ ਹੋਇਆ ਉਹ ਸਾਰਿਆਂ ਦਾ ਨਿਚੋੜ ਸੀ, ਜਿਹਦੇ ਵਿੱਚੋਂ ਮੈਕਸੀਮਮ ਕੁਐਸਚਨਸ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਨੈਕਸਟ ਹੈ ਜੀ 1917। ਤਾਂ ਗਾਂਧੀ ਜੀ 1915 ਦੇ ਵਿੱਚ ਆਏ ਸੀ। ਤਾਂ 1915 ਤੋਂ 2 ਸਾਲ ਤੱਕ ਉਹ ਬਿਲਕੁਲ ਚੁੱਪ ਰਹਿੰਦੇ ਨੇ। ਤਾਂ ਉਹ ਸਾਰੇ ਇੰਡੀਆ ਦਾ ਦੌਰਾ ਕਰਦੇ ਨੇ, ਇੰਡੀਆ ਨੂੰ ਜਾਣਦੇ ਨੇ, ਕਿਉਂਕਿ ਕਾਫੀ ਦੇਰ ਬਾਅਦ ਸਾਊਥ ਅਫਰੀਕਾ ਤੋਂ ਮੁੜੇ ਸੀ। ਉਸ ਤੋਂ ਬਾਅਦ ਉਹ ਆਪਦਾ ਪਹਿਲਾ ਅੰਦੋਲਨ ਪੁੱਛਿਆ ਜਾਂਦਾ ਗਾਂਧੀ ਜੀ ਦਾ ਕਿੱਥੇ ਆ, ਤਾਂ ਉਹ ਹੋਇਆ ਜੀ ਚੰਪਾਰਨ ਦੇ ਵਿੱਚ ਹੋਇਆ। ਨੀਲ ਦੀ ਖੇਤੀ ਦੇ ਨਾਲ ਸੰਬੰਧਿਤ ਸੀ। ਨੀਲ ਦੀ ਖੇਤੀ ਨੂੰ ਇੰਡੀਗੋ ਵੀ ਕਿਹਾ ਜਾਂਦਾ, ਇੰਗਲਿਸ਼ ਦੇ ਵਿੱਚ ਆਏਗਾ ਤਾਂ ਇੰਡੀਗੋ, ਕਈ ਵਾਰੀ ਪੰਜਾਬੀ ਦੇ ਵਿੱਚ ਵੀ ਇੰਡੀਗੋ ਪਾ ਦਿੰਦੇ ਨੇ। ਤਾਂ ਇੰਡੀਗੋ ਜੋ ਕਿਸਾਨ ਸੀ, ਨੀਲ ਦੀ ਖੇਤੀ ਨਾਲ ਸੰਬੰਧਿਤ ਸੀ ਇਹ ਅੰਦੋਲਨ। ਅੰਗਰੇਜ਼ ਧੱਕੇ ਨਾਲ ਕਿਸਾਨਾਂ ਤੋਂ ਨੀਲ ਉਗਾਉਂਦੇ ਸੀ, ਤਾਂ ਉਹਦਾ ਬਹੁਤ ਘੱਟ ਕੀਮਤ ਦਿੱਤੀ ਜਾਂਦੀ ਸੀ, ਕਿਉਂਕਿ ਉਦੋਂ ਡਾਈ ਨਹੀਂ ਸੀ। ਤਾਂ ਨੀਲ ਦੀ ਵਰਤੋਂ ਕੀਤੀ ਜਾਂਦੀ ਸੀ ਕੱਪੜਿਆਂ ਨੂੰ ਰੰਗ ਦੇਣ ਵਾਸਤੇ, ਹੋਰ ਕਈ ਕੰਮਾਂ ਵਾਸਤੇ। ਯੂਰਪ 'ਚ ਉਹਦੀ ਬਹੁਤ ਮੰਗ ਸੀ, ਪਰ ਜਿੱਥੇ ਨੀਲ ਦੀ ਖੇਤੀ ਕੀਤੀ ਜਾਂਦੀ ਸੀ ਉੱਥੇ ਹੋਰ ਕੋਈ ਫਸਲ ਬਾਅਦ 'ਚੋਂ ਉੱਗਣੀ ਬਹੁਤ ਮੁਸ਼ਕਿਲ ਸੀ, ਅਤੇ ਇਹਦਾ ਬਹੁਤ ਜੋ ਘੱਟ ਇੰਡੀਅਨਸ ਨੂੰ ਇਹਦੇ ਪੈਸੇ ਦਿੱਤੇ ਜਾਂਦੇ ਸੀ। ਤਾਂ ਕਿਸਾਨਾਂ ਨੇ ਇਸ ਦਾ ਵਿਦਰੋਹ ਕੀਤਾ, ਜਿੱਥੇ ਗਾਂਧੀ ਜੀ ਨੇ ਪਹਿਲਾ ਅੰਦੋਲਨ ਕੀਤਾ। ਤਾਂ ਪਹਿਲਾ ਅੰਦੋਲਨ ਦਾ ਚੰਪਾਰਨ ਅੰਦੋਲਨ ਕਿਸ ਨਾਲ ਸੰਬੰਧਿਤ ਸੀ? ਨੀਲ ਦੀ ਖੇਤੀ। ਤੇ ਈਅਰ ਯਾਦ ਰੱਖਣਾ 1917। ਤਾਂ 1917 ਦੇ ਵਿੱਚ ਇਹ ਫਸਟ ਅੰਦੋਲਨ ਹੁੰਦਾ। ਨੈਕਸਟ 2 ਅੰਦੋਲਨ ਜਿਹੜੇ ਗਾਂਧੀ ਜੀ ਦੇ ਪਹਿਲੇ 3 ਅੰਦੋਲਨ ਸੀ, ਉਹਨਾਂ ਦੇ ਵਿੱਚੋਂ ਨੈਕਸਟ 2 ਅੰਦੋਲਨ ਹੈ ਜੀ ਅਹਿਮਦਾਬਾਦ ਤੇ ਖੇੜਾ। ਤਾਂ ਗਾਂਧੀ ਜੀ ਦਾ ਦੂਸਰਾ ਅੰਦੋਲਨ ਕਿੱਥੇ ਹੋਇਆ ਜੀ? ਅਹਿਮਦਾਬਾਦ ਦੇ ਵਿੱਚ ਹੋਇਆ। ਇਹ ਮਿੱਲ ਦੇ ਨਾਲ ਸੰਬੰਧਿਤ ਸੀਗਾ, ਮਜ਼ਦੂਰਾਂ ਦੀ ਸਹਾਇਤਾ ਕਰਨ ਵਾਸਤੇ। ਅਤੇ ਤੀਸਰਾ ਅੰਦੋਲਨ ਹੈ ਜੀ ਖੇੜਾ ਡਿਸਟ੍ਰਿਕਟ ਦੇ ਵਿੱਚ
ਪਲੇਗ ਤੇ ਭੁੱਖਮਰੀ ਕਾਰਨ ਆਪਦਾ ਲਗਾਨ ਨਹੀਂ ਦੇ ਸਕਦੇ ਸੀ ਕਿਸਾਨ, ਤਾਂ ਉਹਨਾਂ ਦਾ ਲਗਾਨ ਮਾਫ ਕਰਾਉਣ ਵਾਸਤੇ ਗਾਂਧੀ ਜੀ ਨੇ ਸੱਤਿਆਗ੍ਰਹਿ ਕੀਤਾ ਸੀਗਾ। ਨੈਕਸਟ ਹੈ ਜੀ ਰਿਵਾਲਟ ਐਕਟ। ਤਾਂ 1919 ਦੇ ਵਿੱਚ ਕੀ ਹੈ, ਇੱਕ ਐਕਟ ਅੰਗਰੇਜ਼ਾਂ ਦੁਆਰਾ ਲਿਆਂਦਾ ਜਾਂਦਾ ਹੈ। ਤਾਂ ਇਸ ਐਕਟ ਦੇ ਵਿੱਚ ਕੀ ਹੈ, ਇੱਕ ਕਮੇਟੀ ਬਣੀ ਸਭ ਤੋਂ ਪਹਿਲਾਂ। ਉਸ ਕਮੇਟੀ ਦਾ ਨਾਮ ਸੀ ਸੈਡੀਸ਼ਨ ਕਮੇਟੀ, ਜਿਸ ਦੀ ਪ੍ਰਧਾਨਗੀ ਕਿਹਨੇ ਕੀਤੀ, ਜਸਟਿਸ ਰਿਵਾਲਟ ਨੇ। ਤਾਂ ਇਹਨਾਂ ਦੀ ਇਹ ਸਿਫਾਰਿਸ਼ 'ਤੇ ਬਣਾਇਆ ਜਾਂਦਾ ਹੈ ਰਿਵਾਲਟ ਐਕਟ। ਤਾਂ ਇਸ ਐਕਟ ਦੇ ਵਿੱਚ ਸਰਕਾਰ ਨੂੰ ਕੀ ਅਧਿਕਾਰ ਮਿਲਦਾ ਕਿ ਹੈਬੀਅਸ ਕੋਰਪਸ ਦਾ ਅਧਿਕਾਰ ਲੋਕਾਂ ਤੋਂ ਖੋਹ ਲਿਆ ਜਾਂਦਾ। ਇਹ ਅਧਿਕਾਰ ਹੁਣ ਵੀ ਬਹੁਤ ਇੰਪੋਰਟੈਂਟ ਹੈ। ਹੁਣ ਵੀ ਤੁਹਾਡੇ ਕੋਲ, ਮੇਰੇ ਕੋਲ, ਸਾਰਿਆਂ ਕੋਲ ਇਹ ਅਧਿਕਾਰ ਹੈ ਹੈਬੀਅਸ ਕੋਰਪਸ। ਹੈਬੀਅਸ ਕੋਰਪਸ ਕੀ ਹੈ ਕਿ ਤੁਹਾਨੂੰ ਗੈਰ ਅਧਿਕਾਰਿਕ ਤੌਰ 'ਤੇ ਪੁਲਿਸ ਜਾਂ ਕੋਈ ਵੀ ਫੋਰਸ ਅਰੈਸਟ ਨਹੀਂ ਕਰ ਸਕਦੀ ਜੇ ਤੁਹਾਡੇ ਖਿਲਾਫ ਕੋਈ FIR ਜਾਂ ਕੁਛ ਵੀ ਨਹੀਂ ਦਰਜ। ਜੇ ਕਰ ਦਿੰਦੀ ਤਾਂ ਤੁਸੀਂ ਹੈਬੀਅਸ ਕੋਰਪਸ ਰਿਟ ਦਾ ਨਾਮ ਹੈ, ਤੁਸੀਂ ਇਹ ਰਿਟ ਦਾਇਰ ਕਰ ਸਕਦੇ ਹੋ ਅਤੇ ਕੋਰਟ ਤੁਹਾਡੀ ਉਹਦੇ 'ਚ ਮਦਦ ਕਰੂਗੀ ਤੁਹਾਨੂੰ ਆਜ਼ਾਦ ਕਰਵਾਉਣ ਦੇ ਵਿੱਚ, ਅਤੇ ਉਸ ਏਜੰਸੀ ਦੇ ਖਿਲਾਫ ਐਕਸ਼ਨ ਲਿਆ ਜਾਊਗਾ। ਰਿਵਾਲਟ ਐਕਟ ਦੇ ਅਕੋਰਡਿੰਗ ਇਹ ਅਧਿਕਾਰ ਇੰਡੀਅਨਸ ਤੋਂ ਖੋਹ ਲਿਆ ਜਾਂਦਾ ਹੈ। ਤਾਂ ਬਿਨਾਂ ਕਿਸੇ ਟ੍ਰਾਇਲ ਦੇ, ਬਿਨਾਂ ਕਿਸੇ ਸੁਣਵਾਈ ਦੇ 2 ਸਾਲ ਲਈ ਜੇਲ੍ਹ ਵਿੱਚ ਰੱਖ ਸਕਦੀ ਸੀ ਸਰਕਾਰ ਇਸ ਐਕਟ ਦੇ ਅਕੋਰਡਿੰਗ। ਤਾਂ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਇਸ ਐਕਟ ਦਾ ਬਹੁਤ ਜ਼ਿਆਦਾ ਵਿਰੋਧ ਹੁੰਦਾ ਰਿਵਾਲਟ ਐਕਟ ਦਾ। ਨੈਕਸਟ ਹੈ ਜੀ ਜਲਿਆਂਵਾਲਾ ਬਾਗ ਹੱਤਿਆਕਾਂਡ। ਤਾਂ ਰਿਵਾਲਟ ਐਕਟ ਦੇ ਵਿਦਰੋਹ ਕਾਰਨ ਕੀ ਹੈ, ਇਸ ਦਾ ਵਿਰੋਧ ਕਰਨ ਲਈ ਆਗੂ ਇਕੱਠੇ ਹੁੰਦੇ ਆ ਸੈਫੂਦੀਨ ਕਿਚਲੂ ਅਤੇ ਡਾਕਟਰ ਸੱਤਿਆਪਾਲ। ਤਾਂ ਇਹ ਕੀ ਕਰਦੇ ਆ, ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿੱਚ ਲੋਕਾਂ ਨੂੰ ਇਕੱਠਾ ਕਰਦੇ ਆ। ਤਾਂ ਉੱਥੇ ਇਸ ਦੇ ਖਿਲਾਫ ਸਪੀਚ ਦੇ ਰਹੇ ਹੁੰਦੇ ਆ ਕਿ ਉਸੇ ਟਾਈਮ ਉੱਥੇ ਇੱਕ ਮਿਲਟਰੀ ਦਾ ਜਰਨਲ ਆਪਣੀ ਫੌਜ ਨੂੰ ਲੈ ਕੇ ਪਹੁੰਚ ਜਾਂਦਾ। ਤਾਂ ਉਸ ਦਾ ਨਾਮ ਹੈ ਜੀ ਜਰਨਲ ਡਾਇਰ, ਤੁਸੀਂ ਨਾਮ ਸੁਣਿਆ ਹੋਊਗਾ। ਤਾਂ ਉਹ ਲੋਕਾਂ ਦੇ ਉੱਪਰ ਗੋਲੀਆਂ ਚਲਾ ਦਿੰਦਾ, ਕਿਉਂਕਿ ਜਲਿਆਂਵਾਲੇ ਬਾਗ ਦੇ ਵਿੱਚ ਐਂਟਰੀ ਦਾ ਅਤੇ ਬਾਹਰ ਨਿਕਲਣ ਦਾ ਇੱਕ ਹੀ ਗੇਟ ਸੀ। ਤਾਂ ਕੋਈ ਵੀ ਉੱਥੋਂ ਭੱਜ ਨਹੀਂ ਸਕਦਾ, ਜਿੱਥੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਤੇ ਇਹਦੇ ਕਾਰਨ ਭਾਰਤੀਆਂ ਵਿੱਚ ਕਾਫੀ ਰੋਸ ਪਾਇਆ ਜਾਂਦਾ। ਤਾਂ ਇਹਦੇ ਵਿੱਚ ਇਹਦੇ ਨਾਲ ਰਿਲੇਟਡ ਹੋਰ ਕੀ ਕੁਐਸਚਨ ਪੁੱਛੇ ਜਾਂਦੇ ਨੇ, ਇੱਕ ਤਾਂ ਡੇਟ ਯਾਦ ਰੱਖਣੀ ਹੈ ਜੀ, ਇੱਕ ਮਿਲਟਰੀ ਦੇ ਕਮਾਂਡਰ ਦਾ ਨਾਮ ਯਾਦ ਰੱਖਣਾ ਜਰਨਲ ਡਾਇਰ, ਇਹਨਾਂ 2 ਆਗੂਆਂ ਦਾ ਨਾਮ ਯਾਦ ਰੱਖਣਾ। ਇਹਨਾਂ ਦੋਵਾਂ ਆਗੂਆਂ ਦੀ ਗ੍ਰਿਫਤਾਰੀ ਹੋਈ ਸੀ, ਇਹਦੇ ਵਿਰੋਧ ਵਾਸਤੇ ਉੱਥੇ ਇਕੱਠ ਕੀਤਾ ਗਿਆ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਉੱਥੇ ਇਕੱਠ ਹੋਇਆ ਸੀ। ਅਤੇ ਹੋਰ ਕੀ ਯਾਦ ਰੱਖਣਾ, ਜਦੋਂ ਇਹ ਹੱਤਿਆਕਾਂਡ ਹੁੰਦਾ ਤਾਂ ਇਹਦੇ ਵਿਰੋਧ ਵਿੱਚ ਰਵਿੰਦਰਨਾਥ ਟੈਗੋਰ ਆਪਦੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੰਦੇ ਨੇ। ਅਤੇ ਅੰਗਰੇਜ਼ਾਂ ਵੱਲੋਂ ਇਸ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ, ਜਿਸ ਦਾ ਨਾਮ ਸੀ ਹੰਟਰ ਕਮਿਸ਼ਨ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਗਿਆ ਕਿ ਜਲਿਆਂਵਾਲੇ ਬਾਗ ਵਿੱਚ ਜੋ ਕੁਝ ਹੋਇਆ ਉਹਦੀ ਜੋ ਜਾਂਚ ਲਈ ਇੱਕ ਕਮਿਸ਼ਨ ਬਣਾਇਆ ਗਿਆ ਸੀ, ਉਸ ਦਾ ਨਾਮ ਕੀ ਸੀ, ਤਾਂ ਉਸ ਦਾ ਨਾਮ ਸੀ ਹੰਟਰ ਕਮਿਸ਼ਨ। ਇਹ ਵੀਡੀਓ ਦਾ ਫਸਟ ਪਾਰਟ ਸੀ। ਬਾਕੀ 1947 20 ਤੋਂ ਲੈ ਕੇ 47 ਤੱਕ ਅਸੀਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ, ਕਿਉਂਕਿ ਇਸ ਵੀਡੀਓ ਵਿੱਚ ਕਰਦੇ ਹਾਂ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।